जिसमें अमृत ज्ञान है मानक भगत वैरागो। श्री गुरु ग्रंथ साहिब उदद बंदों कर अनुरागो। एक अंकार सतगुरु ते प्रसाद सच होए। वाहिगुरु जी की फतेह है विघ्न विनाशन सोए। श्री वाहिगुरु जी की फतेह है विघ्न विनाशन सोए। दोहरा समझायो सिखियन जबह देसू होवे कर तैयार। पीर संग लै नरन की आयो गुर दरबार। वाहिगुरु जी का खालसा वाहिगुरु जी की फतेह। सतगुरां दी साजी नवाजी गुरु की संगत आप संगतां ने गुरबाणी दे रस भिन्ने कीर्तन शब्द सरवण कीते। गुरु तेग बहादुर जियां दा इतिहास आपां लड़ीवार सरवण कर रहे हाँ। ਭਿੱਖੀ ਪਿੰਡ ਦੇ ਵਿੱਚ ਗੁਰੂ ਪਾਤਸ਼ਾਹ ਪਹੁੰਚੇ। ਇੱਥੋਂ ਦਾ ਜੋ ਸਰਦਾਰ ਹੈ ਜਿਸ ਦਾ ਨਾਮ ਹੈ ਦੇਸੂ, ਇਹ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਨਹੀਂ ਆਇਆ, ਸਗੋਂ ਕਿ ਗੁੱਗੇ ਦੀ ਮੜੀ ਦੀ ਪੂਜਾ ਕਰਦਾ। ਇੱਥੇ ਕੁਝ ਲੋਕ ਕੁਝ ਪਰਿਵਾਰ ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿੱਖ ਨੇ। ਉਹਨਾਂ ਨੇ ਸਰਦਾਰ ਨੂੰ ਸਮਝਾਇਆ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਾਲਕ ਨੇ ਦੀਨ ਦੁਨੀਆ ਦੇ, ਤੈਨੂੰ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ। ਲੋਕਾਂ ਦੇ ਕਹਿਣ ਕਰਕੇ ਆਉਣ ਲੱਗਾ। ਆ ਕੇ ਕੀ ਬਚਨ ਕਰੇਗਾ ਇਹ ਆਪਾਂ ਅੱਜ ਸਰਵਣ ਕਰਾਂਗੇ। ਆਓ ਇਤਿਹਾਸ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। दोहरा समझायो हो सिखन जब देसू होवे कर तैयार। ਸਿੱਖਾਂ ਦੇ ਪਰਿਵਾਰਾਂ ਨੇ ਸਮਝਾਇਆ ਵੀ ਤੈਨੂੰ ਸਤਿਗੁਰਾਂ ਦੇ ਦਰਸ਼ਨ ਕਰਨੇ ਚਾਹੀਦੇ। ਸਮਝਾਉਣ ਕਰਕੇ ਫਿਰ ਤਿਆਰ ਹੋ ਕੇ ਚੱਲਿਆ ਹੈ। ਪੀਰ ਸੰਗ ਲੈ ਨਰਨ ਕੀ ਆਇਓ ਗੁਰ ਦਰਬਾਰ। ਜਿੱਥੇ ਮਹਾਰਾਜ ਦਾ ਦਰਬਾਰ ਸਜਿਆ ਸੀ, ਹੁਣ ਇਲਾਕੇ ਦਾ ਸਰਦਾਰ ਹੈ, ਚੌਧਰੀ ਹੈ, ਆਪਣੇ ਨਾਲ ਕਈ ਬੰਦੇ ਲੈ ਕੇ ਆਇਆ ਵੀ ਪਤਾ ਲੱਗੇ ਵੀ ਮੈਂ ਸਰਦਾਰ ਹਾਂ। ਕਈ ਬੰਦਿਆਂ ਦੀ ਭੀੜ ਨਾਲ ਲੈ ਕੇ ਅੱਗੇ ਅੱਗੇ ਆਪ ਤੁਰਿਆ ਆਉਂਦਾ। ਇਸ ਤਰ੍ਹਾਂ ਆ ਰਿਹਾ ਹੈ। ਚੌਪਈ ਦਿਵਸ ਤੀਸਰੇ ਦਰਸ਼ਨ ਆਇਓ। ਸਤਿਗੁਰੂ ਪਾਤਸ਼ਾਹ ਜੀਆਂ ਨੂੰ ਇੱਥੇ ਰਹਿੰਦਿਆਂ 2 ਦਿਨ ਹੋ ਗਏ ਸਨ। ਅੱਜ ਤੀਜਾ ਦਿਨ ਹੈ ਤੇ ਤੀਜੇ ਦਿਨ ਇਲਾਕੇ ਦਾ ਸਰਦਾਰ ਮਹਾਰਾਜ ਦੇ ਕੋਲ ਆਇਆ। ਪ੍ਰਥਮ ਉਪਾਇਨ ਧਰੀ ਜੋ ਲਿਆਇਓ। ਜਿਹੜੀ ਭੇਟਾ ਲੈ ਕੇ ਆਇਆ ਸੀ ਘਰੋਂ, ਉਹ ਮਹਾਰਾਜ ਸਾਹਿਬ ਜੀਆਂ ਦੇ ਸਾਹਮਣੇ ਲਿਆ ਕੇ ਰੱਖੀ ਹੈ। ਬਿਨੈ ਸਨੀ ਬਾਨੀ ਕਹਿ ਕਰ ਫਿਰ ਬੜੀ ਬੇਨਤੀਆਂ ਦੇ ਸਮੇਤ ਸਤਿਗੁਰਾਂ ਨੂੰ ਇਸ ਤਰ੍ਹਾਂ ਬੇਨਤੀ ਕਰਦਾ ਹੈ। ਬੰਧਨ ਕੀਨ ਚਰਨ ਸਿਰ ਧਰ ਕੇ। ਸਤਿਗੁਰਾਂ ਦੇ ਚਰਨਾਂ ਦੇ ਉੱਪਰ ਬੰਦਨਾ ਕਰਦਾ, ਨਮਸਕਾਰਾਂ ਕਰਦਾ ਹੈ ਤੇ ਇਸ ਤਰ੍ਹਾਂ ਫਿਰ ਕਹਿਣ ਲੱਗਾ। ਨਿਮਰ ਦੇਖ ਕੇ ਸ੍ਰੀ ਗੁਰਪੂਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵੇਖਿਆ ਵੀ ਇਹ ਸਰਦਾਰ ਵਿਖਾਵੇ ਮਾਤਰ ਤੇ ਬੜੀ ਨਿਮਰਤਾ ਵਿਖਾ ਰਿਹਾ, ਬੜਾ ਨਿਉ ਨਿਉ ਕੇ ਸਲਾਮ ਕਰਦਾ ਹੈ। ਕਹਿਓ ਬਾਕ ਬਾਕਨ ਕੇ ਸੂਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਚਨਾਂ ਦੇ ਬੜੇ ਬਲੀ ਨੇ, ਬਚਨਾਂ ਦੇ ਪੂਰੇ ਨੇ। ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਉਹ ਸਰਦਾਰ ਨੂੰ ਕਹਿਣ ਲੱਗੇ ਹਨ। ਆਹੋ ਦੇਸ ਰਾਜ ਬਨ ਬੈਠੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਐ ਦੇਸੂ ਰਾਜ ਆਓ, ਆ ਕੇ ਬੈਠਣਾ ਕਰੋ। ਜੇ ਦ੍ਰਿੜ ਸ਼ਰਧਾ ਸ਼ੁਭ ਘਰ ਬੈਠੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਸ਼ਰਧਾ ਪੂਰੀ ਹੈ ਤੇ ਤੈਨੂੰ ਸ਼ੁਭ ਘਰ ਦੇ ਵਿੱਚ ਪ੍ਰਵੇਸ਼ ਹੋਵੇਗਾ। ਭਾਵ ਕਿ ਤੈਨੂੰ ਸਿੱਖੀ ਮਿਲੇਗੀ, ਪਰ ਮਿਲੇਗੀ ਤਾਂ ਜੇ ਤੇਰੇ ਮਨ ਵਿੱਚ ਭਰੋਸਾ ਪੂਰਾ। ਜੇ ਤੇ ਭਰੋਸਾ ਰੱਖ ਕੇ ਆਇਆ ਤੇ ਸਿੱਖੀ ਕਮਾਵੇਂਗਾ, ਤੇ ਜੇ ਬਿਨਾਂ ਭਰੋਸੇ ਤੋਂ ਆਇਆ ਫਿਰ ਖਾਲੀ ਹੈ। ਸਕਲ ਦੇਸ਼ ਪਰ ਹੁਕਮ ਚਲਾਵੋ। ਤੇਰਾ ਇੱਥੇ ਹੁਕਮ ਚੱਲੇਗਾ। ਨਾਮ ਹੈ ਦੇਸੂ। ਮਹਾਰਾਜ ਨੇ ਆਖਿਆ ਦੇਸ ਰਾਜ, ਵੀ ਤੂੰ ਇਸ ਰਾਜ ਦਾ ਮਾਲਕ ਹੋਵੇਂਗਾ। ਸਿੱਖੀ ਤੈਨੂੰ ਪ੍ਰਾਪਤ ਹੋਵੇਗੀ, ਪਰ ਜੇ ਤੇਰੇ ਮਨ ਵਿੱਚ ਪੱਕੀ ਸ਼ਰਧਾ ਹੈ
ਤੇਰਾ ਇਸ ਇਲਾਕੇ ਵਿੱਚ ਹੁਕਮ ਚੱਲੇਗਾ। ਜੇ ਗੁਰ ਸਿੱਖੀ ਸਿਦਕ ਕਮਾਵੋ, ਜੇ ਤੂੰ ਗੁਰੂ ਦੀ ਸਿੱਖੀ ਸਿਦਕ ਦੇ ਸਮੇਤ ਕਰ ਲਵੇਂ। ਇਹ ਖੁੰਡੀ ਕਿਮ ਘਰ ਮੈਂ ਰਾਖੀ। ਤੇ ਪਾਤਸ਼ਾਹ ਕਹਿਣ ਲੱਗੇ ਜਿਹੜੀ ਖੁੰਡੀ ਹੈ ਇਹ ਆਪਣੇ ਘਰ ਵਿੱਚ ਕਿਉਂ ਰੱਖੀ, ਇਹਦਾ ਕੀ ਕਾਰਨ ਹੈ? ਕਿਆ ਗੁਣ ਕਰੈ ਸੁਨਾਵੋ ਸਾਖੀ। ਇਹ ਸਾਨੂੰ ਦੱਸ ਵੀ ਆ ਖੁੰਡੀ ਆਪਣੇ ਘਰ ਵਿੱਚ ਰੱਖੀ ਬੈਠਾ, ਤੇਰੇ ਤੇ ਕੀ ਗੁਣ ਕਰਦੀ ਹੈ, ਕੀ ਪਰਉਪਕਾਰ ਕਰਦੀ ਹੈ, ਇਹਦੇ ਬਾਰੇ ਦੱਸਣਾ ਕਰ। ਸੁਣਦੇ ਸੂਨੇ ਸਕਲ ਸੁਨਾਈ। ਸੁਣ ਕੇ ਉਸ ਵੇਲੇ ਦੇਸੂ ਜਿਹੜਾ ਨਾ ਆਇਆ ਇਲਾਕੇ ਦਾ ਸਰਦਾਰ ਮਹਾਰਾਜ ਨੂੰ ਕਹਿਣ ਲੱਗਾ, ਸਰਵਰ ਕੀ ਖੁੰਡੀ ਇਹ ਪਾਈ। ਮਹਾਰਾਜ ਇਹ ਜਿਹੜੀ ਖੁੰਡੀ ਹੈ ਨਾ ਸਖੀ ਸਰਵਰ ਦੀ ਹੈ, ਮੈਂ ਉਹਦਾ ਪੁਜਾਰੀ ਹਾਂ, ਮੈਂ ਉਹਦੀ ਪੂਜਾ ਕਰਦਾ ਹਾਂ। ਨਿਸ ਦਿਨ ਰੱਖਿਆ ਕਰੈ ਹਮਾਰੀ। ਇਹ ਖੁੰਡੀ ਸਾਡੀ ਬੜੀ ਰੱਖਿਆ ਕਰਦੀ ਹੈ, ਦਿਨੇ ਰਾਤ ਜਦੋਂ ਕੋਈ ਬਿਪਤਾ ਪੈਂਦੀ ਹੈ ਇਸ ਖੁੰਡੀ ਨੂੰ ਅਸੀਂ ਮੱਥਾ ਟੇਕਦੇ ਤੇ ਸਾਡੀ ਰੱਖਿਆ ਕਰਦੀ ਹੈ। ਮੈਂ ਕੀਤੇ ਨਨ ਦੇਤ ਹਜ਼ਾਰੀ। ਤੇ ਇਹਦੇ ਨਾਲ ਸਾਨੂੰ ਹਜ਼ਾਰਾਂ ਹੀ ਗਾਵਾਂ ਤੇ ਮੱਝਾਂ ਜਿਹੜੀਆਂ ਪ੍ਰਾਪਤ ਹੁੰਦੀਆਂ ਹਨ। ਦੂਧ ਪੂਤ ਕੋ ਅਧਿਕ ਬਤਾਵ। ਇਹ ਖੁੰਡੀ ਕਰਕੇ ਸਾਡੇ ਘਰ ਦੇ ਵਿੱਚ ਦੁੱਧ ਵੀ ਵਾਧਾ ਪਿਆ ਤੇ ਪੁੱਤਰਾਂ ਦੀ ਵੀ ਕੋਈ ਕਮੀ ਨਹੀਂ ਹੈ। ਸਕਲ ਦੇਸ਼ ਤਿਸ ਬਹੁਤ ਮਨਾਵ। ਤੇ ਸਾਰੇ ਦੇਸ਼ ਇਸ ਨੂੰ ਬਹੁਤ ਜ਼ਿਆਦਾ ਮੰਨਦੇ ਹਨ। ਕਰੈ ਰੋਟ ਅਰ ਪੈ ਤਿਸ ਤਾਈ। ਤੇ ਅਸੀਂ ਰੋਟ ਬਣਾਉਂਦੇ ਹਾਂ, ਵੱਡਾ ਸਾਰਾ ਰੋਟ ਬਣਾ ਕੇ ਤੇ ਭੇਟ ਕਰਦੇ ਹਾਂ। ਹਾਥ ਜੋਰ ਬੰਦੈ ਸਿਰ ਨਿਆਈ। ਤੇ ਸਾਰੇ ਜਾਣੇ ਹੱਥ ਜੋੜ ਕੇ ਇਸ ਨੂੰ ਨਮਸਕਾਰਾਂ ਵੀ ਕਰਦੇ ਹਾਂ। ਸੁਨ ਸਤਿਗੁਰ ਨੇ ਪੁਨ ਸਮਝਾਵਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਸੁਣੇ ਨਾ ਸਰਦਾਰ ਦੇ ਬਚਨ ਤੇ ਮਹਾਰਾਜ ਫਿਰ ਸਮਝਾਉਣ ਲੱਗੇ। ਹਿੰਦ ਧਰਮ ਬਨ ਕੋਏ ਦਾਵਾ। ਮਹਾਰਾਜ ਕਹਿਣ ਲੱਗੇ ਹਿੰਦੂਆਂ ਦਾ ਜਿਹੜਾ ਧਰਮ ਹੈ, ਹਿੰਦੂ ਧਰਮ ਰੂਪੀ ਬਾਨੂ ਇਹ ਦਾਵਾ ਅਗਨੀਵਤ ਨਾਸ ਕਰਨ ਵਾਲੀ ਹੈ। ਤੂੰ ਹਿੰਦੂ ਘਰ ਦੇ ਵਿੱਚ ਜਨਮਿਆ, ਨਾਮ ਰੱਖਿਆ ਦੇਸੂ, ਤੇ ਜਿਵੇਂ ਜੰਗਲ ਦੀ ਅੱਗ ਜੰਗਲ ਨੂੰ ਸਾੜ ਦਿੰਦੀ ਹੈ, ਇਸੇ ਤਰ੍ਹਾਂ ਤੇਰੇ ਧਰਮ ਨੂੰ ਇਹ ਸਾੜਨ ਵਾਲੀ ਇਹ ਖੁੰਡੀ ਹੈ ਜਿਸ ਦੇ ਮਗਰ ਤੂੰ ਲੱਗਾ ਹੋਇਆ ਹੈ। ਕਿਉਂ ਆਪਣੋ ਪਰਲੋਕ ਬਿਗਾਰਾ। ਤੇ ਆਪਣਾ ਪਰਲੋਕ ਕਿਉਂ ਵਿਗਾੜਦਾ ਪਿਆ ਆਪਣੇ ਧਰਮ ਨੂੰ ਛੱਡ ਕੇ। ਸਤਨਾਮ ਕੋ ਹਿਰਦੈ ਵਿਸਾਰ। ਇਸ ਕਰਕੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚੋਂ ਕਿਉਂ ਵਸਾਰਿਆ। ਇਹ ਸਵਾਲ ਨੇ ਮਹਾਰਾਜ ਜੀਆਂ ਦੇ ਵੀ ਇਹ ਦੇਸੂ ਦੱਸ ਸੱਚੇ ਨਾਮ ਨੂੰ ਕਿਉਂ ਭੁਲਾਇਆ ਹੋਇਆ ਹੈ। ਜਬ ਜਮ ਕੇ ਬਸ ਪਰ ਹੈ ਜਾਈ। ਜਦੋਂ ਮਰ ਕੇ ਜਮਾਂ ਦੇ ਵਸ ਪੈਣਾ, ਜਮਾਂ ਦੇ ਕੋਲ ਜਾਣਾ ਹੈ, ਤਹਾਂ ਹੋਏ ਹੈ ਕੌਣ ਸਹਾਈ। ਤੇ ਉੱਥੇ ਫਿਰ ਕੌਣ ਸਹਾਇਤਾ ਕਰੇਗਾ, ਕਿਹਨੇ ਸਹਾਈ ਹੋਣਾ ਹੈ। ਜਿਸ ਕੋ ਦੰਡ ਸਭਨ ਪਰ ਹੈ। ਜਿਸ ਪਰਮਾਤਮਾ ਦਾ ਦੰਡ ਸਾਰਿਆਂ ਦੇ ਉੱਪਰ ਪਰਿਪੂਰਨ ਹੁੰਦਾ, ਜਿਹੜਾ ਸਾਰਿਆਂ ਨੂੰ ਦੰਡ ਦੇਣ ਦੇ ਸਮਰੱਥ ਹੈ ਪਰਮਾਤਮਾ। ਇਸ ਆਗੇ ਕੋ ਧੀਰਜ ਲਹੈ। ਉਸ ਪਰਮਾਤਮਾ ਦੇ ਅੱਗੇ ਕੌਣ ਹੈ ਜਿਹੜਾ ਧੀਰਜ ਧਾਰ ਕੇ ਖਲੋ ਜਾਵੇ। ਪਰਮਾਤਮਾ ਸਭ ਨੂੰ ਦੰਡ ਦਿੰਦਾ ਹੈ। ਜੇ ਤੂੰ ਇਹ ਗੱਲ ਆਖੇ ਵੀ ਆ ਖੁੰਡੀ ਤੇਰੀ ਜਾਨ ਬਚਾਵੇਗੀ, ਇਹ ਬਚਾ ਨਹੀਂ ਸਕਦੀ, ਕਿਉਂਕਿ ਰੱਬ ਸਮਰੱਥ ਹੈ, ਉਹਦੇ ਅੱਗੇ ਇਹੋ ਜਿਹੀਆਂ ਖੁੰਡੀਆਂ ਚੱਲਦੀਆਂ ਨਹੀਂ ਤੇ ਕੋਈ ਤੈਨੂੰ ਬਚਾ ਨਹੀਂ ਸਕਦਾ ਹੈ। ਸਤਿਗੁਰ ਸਤਨਾਮ ਬਿਨ ਔਰ। ਪਰ ਸਤਿਗੁਰੂ ਔਰ ਸੱਚੇ ਨਾਮ ਤੋਂ ਬਿਨਾਂ ਲੋਕ ਪਰਲੋਕ ਦੇ ਵਿੱਚ ਕੋਈ ਸਹਾਇਤਾ ਨਹੀਂ ਕਰਦਾ। ਨਹੀਂ ਛੁਰਾਏ ਸਕੈ ਤਿਸ ਤੇ ਠੌਰ। ਨਾ ਹੀ ਕੋਈ ਛੁਡਾ ਸਕਦਾ ਹੈ। ਤੇਰੇ ਮਨ ਦਾ ਇੱਕ ਵਹਿਮ ਹੈ, ਭਰਮ ਹੈ ਵੀ ਮੈਂ ਛੁੱਟ ਜਾਵਾਂਗਾ, ਛੁੱਟਿਆ ਨਹੀਂ ਜਾਣਾ ਹੈ। ਜਗ ਮੈਂ ਜੋ ਪ੍ਰਤਾਪ ਕੋ ਚਾਹੇ। ਜਗ ਦੇ ਵਿੱਚ ਸੰਸਾਰ ਦੇ ਵਿੱਚ ਜਿਹੜਾ ਚਾਹੁੰਦਾ ਹੈ ਕਿ ਮੇਰਾ ਪ੍ਰਤਾਪ ਹੋਵੇ, ਮੈਨੂੰ ਦੁਨੀਆ ਦੇ ਵਿੱਚ ਦੁਨੀਆ ਮੰਨਣਾ ਕਰੇ। ਨਿਜ ਦੁਸ਼ਟਨ ਕੋ ਦਲਨ ਉਮਾ ਹੈ। ਜਿਹੜਾ ਆਪਣੇ ਦੁਸ਼ਟਾਂ ਨੂੰ, ਆਪਣੇ ਵੈਰੀਆਂ ਨੂੰ ਮਾਰਨ ਵਾਸਤੇ ਜਾਂ ਨਾਸ ਕਰਨ ਵਾਸਤੇ ਇੱਛਾ ਰੱਖਦਾ ਹੈ। ਹਮ ਤੇ ਪੰਜ ਤੀਰ ਤੁਮ ਲਿਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਪ੍ਰਮਾਤਮਾ ਦਾ ਨਾਮ ਹੈ। ਜਿਨੇ ਜਪਿਆ ਨਾ ਭਾਈ, ਉਹਦੇ ਦੁਸ਼ਟਾਂ ਨੂੰ ਇਹ ਪ੍ਰਮਾਤਮਾ ਦਾ ਨਾਮ ਨਾਸ ਕਰ ਦਿੰਦਾ ਹੈ ਅਤੇ ਇਸੇ ਤਰ੍ਹਾਂ ਉਹਦਾ ਸੰਸਾਰ ਵਿੱਚ ਪ੍ਰਤਾਪ ਬਣਾ ਦਿੰਦਾ ਹੈ। ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੌਸ਼ੰਦਾ। ਜਦੋਂ ਪਰਮਾਤਮਾ ਤੂੰ ਮੇਰੀ ਤਰਫ ਹੋ ਗਿਆ ਤੇ ਮੈਨੂੰ ਕਿਹਦੀ ਮੁਸ਼ੰਦਗੀ, ਕਿਹਦੀ ਉਸ ਵੇਲੇ ਅਧੀਨਗੀ ਦੀ ਲੋੜ ਹੈ, ਕਿਸੇ ਦੀ ਲੋੜ ਨਹੀਂ। ਇਹ ਪਰਮਾਤਮਾ ਦਾ ਨਾਮ ਹੈ, ਜਿਨ੍ਹਾਂ ਨੇ ਜਪਿਆ ਉਹਨਾਂ ਨੂੰ ਮੁਸ਼ੰਦਗੀ ਨਹੀਂ ਪੈਂਦੀ ਹੈ। ਤੇ ਪਾਤਸ਼ਾਹ ਕਹਿਣ ਲੱਗੇ ਉਹਨਾਂ ਦੇ ਜਿਹੜੇ ਦੁੱਖ ਦੇਣ ਵਾਲੇ ਨੇ ਉਹ ਵੀ ਦੂਰ ਹੋ ਜਾਂਦੇ। ਸੋ ਦੁਸ਼ਟ ਦੂਤ ਜਿਹੜੇ ਨੇ ਉਹ ਦੂਰ ਹੋ ਜਾਂਦੇ, ਉਹਨਾਂ ਤੋਂ ਸਤਿਗੁਰੂ ਜੀ ਬਚਾ ਲੈਂਦੇ। ਦੁਸ਼ਟ ਦੋਖ ਤੇ ਲਿਹੋ ਬਚਾਈ, ਐਸੀ ਉਹ ਕਿਰਪਾ ਕਰਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਡੇ ਕੋਲੋਂ 5 ਤੀਰ ਲੈਣਾ ਕਰ। ਸਭ ਵਿਦ ਕਾਰਜ ਕਰ ਹੈ ਇਹ ਜਿਹੜੇ 5 ਤੀਰ ਨੇ, ਜਿਹੜਾ ਤੂੰ ਕੰਮ ਕਵੇਂਗਾ ਤੇਰਾ ਕਰ ਦੇਣਗੇ। ਸੁਨ ਸਤਿਗੁਰ ਕੇ ਬਾਕ ਸੋਹਾਏ। ਸਤਿਗੁਰਾਂ ਦੇ ਬਾਚ ਉਸ ਬਚਨ ਉਸ ਵੇਲੇ ਸੁਣ ਕੇ ਦੇਸੂ ਉਰਮੈ ਤਿਸ਼ਨ ਭਾਏ। ਇਹ ਕਹਿਣ ਲੱਗੇ ਵੀ ਦੇਸੂ ਦੇ ਮਨ ਨੂੰ ਚੰਗੇ ਲੱਗੇ ਮਹਾਰਾਜ ਦੇ ਬਚਨ, ਜਿਹੜੇ ਆਖੇ ਵੀ ਸਾਡੇ ਕੋਲੋਂ ਤੀਰ ਲੈ ਕੇ ਜਾਣਾ ਕਰ। ਸਰਵਰ ਕੀ ਖੁੰਡੀ ਗਰ ਪਾਈ। ਕਹਿਣ ਲੱਗੇ ਵੀ ਸਰਵਰ ਜਿਹੜੀ ਖੁੰਡੀ ਗਲ ਵਿੱਚ ਪਾਈ ਬੈਠਾ ਹੈ, ਤੂਰਨ ਤੋਰਤ ਦੂਰ ਬਗਾਈ। ਇਸ ਨੇ ਤੋੜ ਕੇ ਦੂਰ ਸੱਟ ਦਿੱਤੀ। ਮਹਾਰਾਜ ਕਹਿਣ ਲੱਗੇ ਜਿਹੜੀ ਸਰਵਰ ਦੀ ਨਿਸ਼ਾਨੀ ਆਪਣੇ ਗਲ ਵਿੱਚ ਪਾਈ ਬੈਠਾ, ਉਹਦੀ ਨਿਸ਼ਾਨੀ ਘਰ ਵਿੱਚ ਬਣਾਈ ਬੈਠਾ, ਇਹਨੇ ਤੈਨੂੰ ਕੁਝ ਨਹੀਂ ਦੇਣਾ।
ਇਹ ਤੂੰ ਇੱਕ ਹਿਸਾਬ ਦੇ ਨਾਲ ਕਵਰ ਦੀ ਪੂਜਾ ਕਰਦਾ ਪਿਆ ਹਿੰਦੂ ਹੋ ਕੇ। ਸਾਡੇ ਕੋਲੋਂ 5 ਤੀਰ ਲੈ, ਜਿਹੜੀ ਬਰਕਤ ਚਾਹਵੇਂਗਾ ਮਿਲੇਗੀ। ਜਦੋਂ ਬਚਨ ਮਹਾਰਾਜ ਦੇ ਕੀਤੇ ਤੇ ਬੜੇ ਨੂੰ ਚੰਗੇ ਲੱਗੇ। ਇਹਨੇ ਗਲ ਵਿੱਚ ਜਿਹੜੀ ਉਹ ਨਿਸ਼ਾਨੀ ਪਾਈ ਸੀ ਨਾ, ਲਾ ਕੇ ਤੋੜ ਕੇ ਗਲੋਂ ਤੇ ਚਲਾ ਕੇ ਦੂਰ ਸੁੱਟ ਦਿੱਤੀ ਹੈ। 5 ਤੀਰ ਲੈ ਬੰਧਨ ਠਾਨੇ, ਤੇ ਸਤਿਗੁਰਾਂ ਕੋਲੋਂ 5 ਤੀਰ ਲੈ ਕੇ ਫਿਰ ਨਮਸਕਾਰ ਕੀਤੀ। ਭਇਓ ਪ੍ਰਸੰਨ ਨੀਕ ਮਨ ਮਾਨੇ, ਆਪਣੇ ਮਨ ਵਿੱਚ ਚੰਗੇ ਬਚਨ ਮੰਨ ਕੇ ਬੜਾ ਖੁਸ਼ ਹੋਇਆ। ਆਪਣੇ ਲੋਕਨ ਮੈਂ ਪੁਨ ਕਹਿਓ, ਫਿਰ ਆਪਣੇ ਲੋਕਾਂ ਨੂੰ ਜਿਹੜੇ ਨਾਲ ਆਏ ਸਨ ਬੰਦੇ, ਉਹਨਾਂ ਨੂੰ ਕਹਿਣ ਲੱਗ ਪਿਆ, ਅਬ ਲੋ ਮੈਂ ਭੁੱਲਿਓ ਬਹੁ ਕਹਿਣ ਰਹਿਓ। ਲੱਗਾ ਵੀ ਹੁਣ ਤੱਕ ਤੇ ਮੈਂ ਬਹੁਤ ਭੁੱਲਿਆ ਹੋਇਆ ਸੀ, ਹੁਣ ਮੈਨੂੰ ਸਮਝ ਆਈ ਹੈ। ਤੁਰਕਨ ਕੋ ਮਾਨਤ ਹਮ ਰਹੇ, ਮੈਂ ਤੇ ਐਵੇਂ ਮੁਸਲਮਾਨਾਂ ਨੂੰ ਮੰਨਦਾ ਰਿਹਾ, ਐਵੇਂ ਕਬਰਾਂ ਦੀ ਪੂਜਾ ਕਰਦਾ ਰਿਹਾ, ਮੈਨੂੰ ਤੇ ਗਿਆਨ ਨਹੀਂ ਸੀ। ਹਿੰਦੂ ਧਰਮ ਰੀਤ ਨ ਲਹੇ, ਮੈਂ ਹਿੰਦੂ ਧਰਮ ਦੀ ਮਰਿਆਦਾ ਜਾਣੀ ਨਹੀਂ ਹੈ, ਠਾਕੁਰ ਦੀ ਕਦੇ ਪੂਜਾ ਕੀਤੀ ਨਹੀਂ, ਐਵੇਂ ਮੜੀਆਂ ਮਸਾਨਾਂ ਨੂੰ ਪੂਜਦਾ ਹਾਂ। ਪ੍ਰਥਮ ਜਵਨ ਕੋ ਅਰਪ ਜੋ ਦੀਨਾ, ਸੋ ਕਹਿਣ ਲੱਗੇ, ਪਹਿਲੇ ਜੋ ਤੁਰਕਾਂ ਨੂੰ ਮੈਂ ਅਰਪ ਦਿੱਤਾ ਹੈ, ਜਾਂ ਅਸੀਂ ਅਰਪਦੇ ਰਹਿ ਭੇਟਾ ਕਰਦੇ ਰਹੇ ਹਾਂ, ਪਾਛੇ ਆਪ ਅਚਬਨੋ ਕੀਨਾ, ਉਦੋਂ ਮਗਰੋਂ ਆਪ ਖਾਂਦੇ ਰਹੇ। ਪਹਿਲਾਂ ਘਰ ਵਿੱਚ ਭੋਜਨ ਬਣਾਉਣਾ, ਪਹਿਲਾਂ ਮੜੀ ਦਾ ਭੋਗ ਲਵਾਉਣਾ, ਫਿਰ ਆਪ ਖਾਣਾ। ਕਹਿਣ ਲੱਗਾ ਵੀ ਅਸੀਂ ਤੇ ਐਵੇਂ ਮੁਗਲਾਂ ਦਾ ਜੂਠਾ ਖਾਂਦੇ ਰਹੇ ਆ, ਇਹ ਸਾਡੇ ਕੋਲੋਂ ਗੁਨਾਹ ਹੋਇਆ ਹੈ। ਰਾਮ ਰਹੀਮ ਨ ਮਾਨਿਓ ਕੋਈ, ਨਾ ਕਦੇ ਰਾਮ ਜੀ ਨੂੰ ਮੰਨਿਆ ਹੈ, ਨਾ ਕਦੇ ਕ੍ਰਿਸ਼ਨ ਜੀ ਨੂੰ ਮੰਨਿਆ ਹੈ। ਆਏ ਸਹਾਇਕ ਅੰਤ ਜੋ ਹੋਈ, ਜਿਨ੍ਹਾਂ ਨੇ ਮੇਰੇ ਅੰਤ ਵੇਲੇ ਸਹਾਇਤਾ ਕਰਨੀ ਹੈ, ਮੈਂ ਰਾਮ ਔਰ ਕ੍ਰਿਸ਼ਨ ਨੂੰ ਕਦੇ ਮੰਨਿਆ ਨਹੀਂ, ਸਗੋਂ ਮੜੀ ਦੀ ਪੂਜਾ ਕਰਦਾ ਹਾਂ। ਅਬ ਮੈਂ ਰਹਿ ਕਰ ਸਤਿਗੁਰ ਸ਼ਰਨ, ਪਰ ਹੁਣ ਮੈਨੂੰ ਗੁਰੂ ਨੇ ਗਿਆਨ ਦਿੱਤਾ ਤੇ ਮੈਂ ਤੇ ਹੁਣ ਗੁਰੂ ਦੀ ਸ਼ਰਨ ਵਿੱਚ ਹੀ ਰਹਿਣਾ ਹੈ। ਕਰਬ ਸਕਲ ਕੀ ਆਛੀ ਕਰਨੀ, ਤੇ ਮਹਾਰਾਜ ਜੀਆਂ ਨੇ ਉਹ ਜਿਹੜੀ ਚੰਗੀ ਕਿਰਤ ਹੈ ਨਾ, ਉਹ ਮੈਨੂੰ ਕਰਨੀ ਦੱਸੀ ਹੈ। ਇਮ ਕਹਿ ਨਮੋ ਠਾਨ ਘਰ ਗਏ, ਇਸ ਤਰ੍ਹਾਂ ਕਹਿ ਕੇ ਨਮਸਕਾਰ ਕਰਕੇ ਆਪਣੇ ਘਰ ਨੂੰ ਚਲਾ ਗਿਆ। ਸੇਵ ਗੁਰਨ ਕੀ ਕਰਤੋ ਭਇਓ, ਤੇ ਸਤਿਗੁਰਾਂ ਦੀ ਸੇਵਾ ਇਸ ਤਰ੍ਹਾਂ ਕਰਦਾ ਰਿਹਾ ਹੈ। ਦੁਗਧ ਅੰਨ ਮਿਸ਼ਠਾਨ ਕਨੇਰੇ, ਦੁੱਧ ਅੰਨ ਤੇ ਮਿੱਠਾ ਜੋ ਵੀ ਕੁਝ ਚਾਹੀਦਾ ਹੈ। ਚਾਹੇ ਵਸਤ ਪਹੁੰਚਾਵੇ ਡੇਰੇ, ਹੁਣ ਇਲਾਕੇ ਦਾ ਸਰਦਾਰ ਹੈ, ਮਾਇਆ ਪਦਾਰਥ ਦੀ ਕਮੀ ਨਹੀਂ ਹੈ। ਮਹਾਰਾਜ ਦੇ ਡੇਰੇ ਵਿੱਚ ਜਿੰਨਾ ਦੁੱਧ ਚਾਹੀਦਾ ਇਹਦੀ ਹਵੇਲੀ ਵਿੱਚੋਂ ਆਉਂਦਾ, ਜਿੰਨਾ ਅੰਨ ਚਾਹੀਦਾ ਇਹਦੇ ਗੋਦਾਮ ਦੇ ਵਿੱਚੋਂ ਆਉਂਦਾ, ਜਿੰਨਾ ਮਿੱਠਾ ਚਾਹੀਦਾ ਇਹਦੇ ਕੋਲੋਂ ਪ੍ਰਾਪਤ ਹੋ ਰਿਹਾ ਹੈ। ਬੈਠਾ ਨਿਕਟ ਸੁਣੈ ਗੁਣ ਬੈਨ, ਸਤਿਗੁਰਾਂ ਦੇ ਕੋਲ ਰੋਜ਼ ਬੈਠਦਾ ਤੇ ਬਚਨ ਸੁਣਦਾ ਹੈ। ਦਰਸ ਹੈ ਕਰੈ ਸਫਲ ਜੁਗਨੈ, ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣੇ ਨੇਤਰ ਸਫਲੇ ਕਰਦਾ। ਹੁਣ ਸ਼੍ਰੀ ਤੇਗ ਬਹਾਦਰ ਫਿਰ ਰਾਏ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਭਏ ਸੁਤਿਆਰ ਚਲਨ ਅਗਵਾਏ, ਸਤਿਗੁਰੂ ਪਾਤਸ਼ਾਹ ਜੀ ਇਸ ਨਗਰ ਤੋਂ ਅੱਗੇ ਚੱਲਣ ਵਾਸਤੇ ਤਿਆਰ ਹੋਏ। ਦੇਸ ਰਾਜ ਕੋ ਦ੍ਰਿੜਤਾ ਦੀਨਸ, ਸਤਿਗੁਰੂ ਪਾਤਸ਼ਾਹ ਜੀ ਨੇ ਇਸ ਦੇਸ ਰਾਜ, ਜਿਹਨੂੰ ਲੋਕੀ ਦੇਸੂ ਕਹਿੰਦੇ ਸਨ, ਮਹਾਰਾਜ ਨੇ ਦੇਸ ਰਾਜ ਬਣਾ ਦਿੱਤਾ, ਇਲਾਕੇ ਦਾ ਮਾਲਕ ਬਣਾਇਆ। ਔਰ ਮਹਾਰਾਜ ਨੇ ਦ੍ਰਿੜਤਾਈ ਬਖਸ਼ਿਸ਼ ਕੀਤੀ ਵੀ ਤੂੰ ਪੱਕਾ ਰਹਿਣਾ ਇਸ ਸਾਡੇ ਬਚਨਾਂ ਦੇ ਉੱਪਰ। ਇਹ ਨਹੀਂ ਵੀ ਕੱਲ ਨੂੰ ਬਚਨ ਤੈਨੂੰ ਭੁੱਲ ਜਾਵੇ, ਹੋਰ ਕਰਮ ਵੱਲ ਲੱਗ ਜਾਵੇਂ, ਇਹਨਾਂ ਬਚਨਾਂ ਉੱਪਰ ਪਹਿਰਾ ਦੇਣਾ ਹੈ। ਮਤ ਅਡੋਲ ਰਹੋ ਨਿਸ਼ਚਾ ਤੇ ਲੀਨਸ, ਆਪਣੀ ਮਤ ਨੂੰ ਹਮੇਸ਼ਾ ਅਡੋਲ ਰੱਖਣਾ ਤੇ ਨਿਸ਼ਚਾ ਗੁਰੂ ਉੱਪਰ ਰੱਖਣਾ ਹੈ। ਏਕੋ ਤੀਰ ਨਹੀਂ ਮਨ ਜਾਨ, ਮਹਾਰਾਜ ਕਹਿਣ ਲੱਗੇ, ਇਹ ਤੀਰ ਨਹੀਂ ਜਿਹੜੇ ਤੈਨੂੰ ਦਿੱਤੇ ਨੇ, ਇਹਨਾਂ ਨੂੰ ਤੀਰ ਨਾ ਸਮਝ ਬੈਠੀ ਵੀ ਇਹ ਇਕੱਲੇ ਤੀਰ ਹਨ। ਪੰਚ ਵੀਰ ਆਏ ਧੁਪ ਪਾ, ਇਹ 5 ਵੀਰ ਸੂਰਮੇ ਤੈਨੂੰ ਦਿੱਤੇ ਨੇ, 5 ਤੀਰ ਨਹੀਂ। ਤੀਰ ਤੇ ਕੇਵਲ ਦਿਖਾਈ ਦਿੰਦੇ ਨੇ, ਪਰ ਅਸਲ ਵਿੱਚ ਇਹਦੇ ਵਿੱਚ ਅਸੀਂ 5 ਵੀਰ ਸੂਰਮੇ ਛੁਪਾਏ ਹੋਏ ਹਨ। ਜੇਤ ਕਹੇ ਚੌਕੁੰਟ ਮੰਝਾਰੀ, ਜਿੰਨੇ ਵੀ 4 ਕੁੰਟਾਂ ਦੇ ਵਿੱਚ ਜਗਾਵਾਂ ਹਨ, ਕੋਈ ਨ ਠਹਿਰੈ ਇਹਨੂੰ ਅਗਾਰੀ, ਇਹਨਾਂ ਤੀਰਾਂ ਦੇ ਅੱਗੇ ਖਲੋਵੇਗਾ ਕੋਈ ਨਹੀਂ। ਦੇਸੂ ਰਾਜ ਨੂੰ ਕਹਿਣ ਲੱਗੇ ਵੀ ਇਸ ਧਰਤੀ ਦੇ ਉੱਪਰ ਕੋਈ ਇਹੋ ਜਿਹਾ ਸੂਰਮਾ ਜਾਂ ਕੋਈ ਇਹੋ ਜਿਹੀ ਸ਼ਕਤੀ ਨਹੀਂ ਹੈ, ਜਿੱਧਰ ਨੂੰ ਇਹ ਤੀਰ ਚੱਲਣਗੇ ਤੇ ਉੱਥੇ ਕੋਈ ਚੀਜ਼ ਖੜ ਨਹੀਂ ਸਕਦੀ ਹੈ। ਜਿਸ ਚਾਹੇ ਜੀਤੋ ਕਰ ਜੰਗ, ਇਸ ਕਰਕੇ ਜਿਹਨੂੰ ਤੂੰ ਜਿੱਤਣਾ ਚਾਹਵੇਂ ਜੰਗ ਕਰਕੇ ਜਿੱਤ ਸਕਦਾ ਹੈ। ਨਹਿ ਅਰ ਅਰੈ ਹੋਹੀ ਭਟ ਭੰਗ, ਇਹਦੇ ਅੱਗੇ ਕੋਈ ਅੜੇਗਾ ਨਹੀਂ, ਜਿਹੜਾ ਅੜੇਗਾ ਉਹਦਾ ਨਾਸ ਹੋ ਜਾਏਗਾ। ਕਿਰਪਾ ਧਾਰ ਕਹਿ ਕਹਿ ਭਾਂਤ, ਕਿਰਪਾ ਧਾਰ ਸਤਿਗੁਰੂਆਂ ਨੇ ਇਸ ਤਰ੍ਹਾਂ ਬਚਨ ਕਰਕੇ ਗਮਨੇ ਸ਼੍ਰੀ ਹਰਿ ਗੋਬਿੰਦ ਤਾ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੁੱਤਰ ਇਸ ਭੀਖੀ ਨਗਰ ਤੋਂ ਅੱਗੇ ਚੱਲ ਪਏ ਹਨ। ਜਾਏ ਪਹੁੰਚੇ ਗ੍ਰਾਮ ਜੋ ਖਿਆਲੇ, ਅੱਗੇ ਖਿਆਲੇ ਨਾਮ ਦਾ ਪਿੰਡ ਆ ਗਿਆ, ਇਸ ਤੋਂ ਅਗਲਾ ਪਿੰਡ ਸੀ ਖਿਆਲਾ, ਤੇ ਮਹਾਰਾਜ ਉੱਥੇ ਪਹੁੰਚੇ। ਬਸੈ ਚਾਹਲ ਗੋਤ ਵਿਸਾਲੇ, ਇੱਥੇ ਚਾਹਲ ਗੋਤ ਦੇ ਜੱਟ ਜਿਹੜੇ ਜ਼ਿਮੀਂਦਾਰ ਵਸਦੇ ਹਨ। ਉਤਰ ਪਰੇ ਡੋਰਾ ਤੈ ਕੀਨ, ਡੇਰਾ ਮਹਾਰਾਜ ਨੇ ਇੱਥੇ ਕੀਤਾ, ਉਤਰੇ ਨੇ ਆਪਣਾ ਪੜਾ ਕੀਤਾ ਹੈ। ਸਤਿਗੁਰ ਕਿਰਪਾ ਨਿਧਾਨ ਪ੍ਰਵੀਨ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਦੇ ਖਜ਼ਾਨੇ ਅੰਤਰਜਾਮੀ ਹਨ। ਮਿਲਵੇ ਹੇਤ ਜਾਟ ਨਹਿ ਆਏ, ਪਰ ਮਹਾਰਾਜ ਜੀਆਂ ਦਾ ਆਉਣਾ ਸੁਣ ਕੇ ਇਸ ਪਿੰਡ ਦੇ ਜਿਹੜੇ ਜੱਟ ਸਨ, ਮਹਾਰਾਜ ਨੂੰ ਮਿਲਣ ਵਾਸਤੇ ਨਹੀਂ ਆਏ ਹਨ। ਤਨਕ ਨ ਸੇਵ ਕਰੀ ਮਨ
ਲਾਏ। ਨਾ ਹੀ ਇਹ ਆਏ ਤੇ ਨਾ ਹੀ ਇਹਨਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕੋਈ ਸੇਵਾ ਕੀਤੀ ਹੈ। ਮੰਦ ਭਾਗ ਜਿਨ ਕੇ ਪਛਤਾਵਾ, ਕਿਉਂਕਿ ਮੰਦੇ ਭਾਗ ਨੇ ਤੇ ਮਗਰੋਂ ਇਹਨਾਂ ਦੇ ਕੋਲ ਪਛਤਾਵਾ ਹੀ ਰਹਿ ਜਾਣਾ। ਅੱਜ ਤੇ ਮਾਲਕ ਆਏ ਨੇ ਸ੍ਰਿਸ਼ਟੀ ਦੇ, ਪਰ ਇਹਨਾਂ ਨੂੰ ਸਮਝ ਨਹੀਂ ਹੈ। ਲੈ ਨਾ ਸਕੇ ਘਰੈ ਗੁਰਿਆਵਾ, ਤੇ ਕਹਿਣ ਲੱਗੇ ਵੀ ਸਤਿਗੁਰਾਂ ਦੇ ਆਉਣ ਕਰਕੇ ਇਹ ਦਰਸ਼ਨ ਨਹੀਂ ਲੈ ਸਕੇ। ਅੱਜ ਤੇ ਮਹਾਰਾਜ ਇਹਨਾਂ ਦੇ ਘਰ ਵਿੱਚ ਆਏ ਹਨ। ਇੱਕ ਦਿਜ ਮਿਲਿਓ ਸੇਬ ਉਠਾਨੀ, ਕਹਿਣ ਲੱਗੇ ਵੀ ਇੱਕ ਪੰਡਤ ਮਿਲਿਆ ਮਹਾਰਾਜ ਜੀਆਂ ਨੂੰ ਤੇ ਉਹਨੇ ਬਹੁਤੀ ਸੇਵਾ ਕੀਤੀ ਹੈ। ਕਰਤ ਭਾਉ ਕਾਇਆ ਮਨ ਬਾਨੀ, ਕਹਿਣ ਲੱਗੇ ਵੀ ਬੜੀ ਕਾਇਆ ਸਰੀਰ ਕਰਕੇ, ਮਨ ਕਰਕੇ ਤੇ ਬਚਨਾ ਕਰਕੇ ਮਹਾਰਾਜ ਦੇ ਨਾਲ ਇਸਨੇ ਬੜਾ ਪ੍ਰੇਮ ਕੀਤਾ। ਹਾਥ ਜੋੜ ਕਰ ਬੈਠੇ ਪਾਸ, ਸਤਿਗੁਰਾਂ ਦੇ ਕੋਲ ਇਹ ਪੰਡਤ ਜਿਹੜਾ ਹੱਥ ਜੋੜ ਕੇ ਬੈਠ ਜਾਂਦਾ। ਸੁਨ ਹੈ ਸ਼੍ਰੀ ਮੁਖ ਬਾਗ ਬਿਲਾਸ, ਸਤਿਗੁਰੂ ਪਾਤਸ਼ਾਹ ਜੀ ਜਿਹੜੇ ਮੁਖ ਤੋਂ ਬਚਨ ਕਰਦੇ ਨੇ ਕੋਲ ਬੈਠ ਕੇ ਸੁਣਦਾ ਹੈ। ਇੱਕ ਦਿਨ ਸ਼੍ਰੀ ਗੁਰ ਸਹਿਜ ਇੱਕ ਸੁਭਾਏ, ਦਿਨ ਸੁਭਾਵਕ ਹੀ ਗੁਰੂ ਪਾਤਸ਼ਾਹ ਜੀਆਂ ਨੇ ਉਸ ਵੇਲੇ ਵਿਚਰਤ ਚਰਨ ਸਾਥ ਤਿਸਥਾਏ, ਤੇ ਸਤਿਗੁਰੂ ਪਾਤਸ਼ਾਹ ਜੀ ਵਿਚਰ ਰਹੇ ਸਨ ਤੇ ਉਸ ਵੇਲੇ ਕਹਿੰਦੇ ਫਿਰ ਤੋ ਸੰਗ ਦਿਜਬਰ ਵਿਚਰਨਤਾ, ਮਹਾਰਾਜ ਸੈਰ ਕਰਦੇ ਪਏ, ਟਹਿਲਦੇ ਪਏ ਸਨ ਤੇ ਜਿੱਧਰ ਨੂੰ ਮਹਾਰਾਜ ਟਹਿਲਣ ਜਾਂਦੇ, ਸੈਰ ਕਰਨ ਜਾਂਦੇ, ਹੌਲੀ ਹੌਲੀ ਚੱਲਦੇ, ਨਾਲ ਨਾਲ ਇਹ ਜਿਹੜਾ ਬ੍ਰਾਹਮਣ ਹੈ ਮਹਾਰਾਜ ਦੇ ਤੁਰਿਆ ਫਿਰਦਾ ਹੈ। ਅਦਿਕ ਭਾਵਨੀ ਹਿਰਦੈ ਤਰੰਤਾ, ਮਨ ਦੇ ਵਿੱਚ ਬੜੀ ਭਾਵਨਾ ਸ਼ਰਧਾ ਰੱਖਦਾ ਹੈ। ਚੇਤਕ ਲੋਕ ਸੰਗਤੈ ਫਿਰਹੀ, ਤੇ ਇਹਦੇ ਨਾਲ ਕੁਝ ਬੰਦੇ, ਇਹ ਮਹਾਰਾਜ ਦੇ ਨਾਲ ਹੈ ਤੇ ਇਹਦੇ ਨਾਲ ਵੀ ਕੁਝ ਬੰਦੇ ਫਿਰਦੇ ਹਨ। ਆਪ ਦਿਜ ਸੋ ਸਤਿਗੁਰੂ ਇਹ ਉਚਰਹੀ, ਜਿਹੜਾ ਪੰਡਤ ਹੈ ਨਾ ਉਸ ਵੇਲੇ ਸਤਿਗੁਰਾਂ ਨੂੰ ਕਹਿਣ ਲੱਗਾ, ਕੁਛ ਸੰਮਤ ਬੀਤੇ ਸਥਾਨ, ਮਹਾਰਾਜ ਜੀ ਉਹ ਕੁਝ ਸਾਲ ਬਤੀਤ ਹੋ ਜਾਣ ਤੋਂ ਮਗਰੋਂ ਇੱਥੇ ਲਗਾ ਏਕ ਬਟ ਬ੍ਰਿਸ਼ ਮਹਾਨ, ਤੇ ਇੱਥੇ ਇੱਕ ਬਹੁਤ ਵੱਡਾ ਬ੍ਰਿਸ਼ ਲੱਗਣਾ ਹੈ। ਤਬ ਦਿਜਬਰ ਸੋ ਸਤਿਗੁਰੂ ਉਚਰਹੀ, ਮਹਾਰਾਜ ਕਹਿਣ ਲੱਗੇ ਉਸ ਪੰਡਤ ਨੂੰ, ਕਹਿੰਦੇ ਪੰਡਤ ਜੀ ਅਸੀਂ ਤੇ ਇੱਥੋਂ ਚਲੇ ਜਾਣਾ, ਪਰ ਕੁਝ ਸਮਾਂ ਮਗਰੋਂ, ਕੁਝ ਸਾਲ ਮਗਰੋਂ ਇੱਥੇ ਇੱਕ ਬਹੁਤ ਵੱਡਾ ਬੋਹੜ ਦਾ ਰੁੱਖ ਹੋਵੇਗਾ। ਇੱਥੇ ਬੋਹੜ ਦਾ ਰੁੱਖ ਪੈਦਾ ਹੋਣਾ ਹੈ ਔਰ ਇਸ ਨਿਕਟ ਕੂਪ ਬਣਵਾਵੇ, ਤੇ ਉਹਦੇ ਨੇੜੇ ਜਿਹੜੇ ਹਨ ਤੁਸੀਂ ਖੂਹ ਬਣਾਉਣਾ ਹੈ, ਜਿਸ ਤੇ ਨੀਰ ਬਹੁਤ ਨਰ ਪਾਵੇ, ਇੱਥੋਂ ਬਹੁਤੇ ਲੋਕ ਪਾਣੀ ਪ੍ਰਾਪਤ ਕਰਨਗੇ, ਉਹ ਪਾਣੀ ਸਾਰਿਆਂ ਨੂੰ ਮਿਲਣਾ ਹੈ। ਹਿਮ ਸ਼੍ਰੀ ਮੁਖ ਤੇ ਬਾਕ ਬਖਾਨੇ, ਜਦੋਂ ਮਹਾਰਾਜ ਨੇ ਬਚਨ ਆਖੇ ਨਾ ਵੀ ਇੱਥੋਂ ਕੁਝ ਸਾਲ ਮਗਰੋਂ ਇੱਥੇ ਬੋਹੜ ਦਾ ਰੁੱਖ ਹੋਵੇਗਾ ਅਤੇ ਫਿਰ ਉਹਦੇ ਨਿਕਟ ਇੱਕ ਖੂਹ ਹੋਵੇਗਾ ਤੇ ਉਹ ਖੂਹ ਦਾ ਪਾਣੀ ਸਾਰਿਆਂ ਨੂੰ ਦੇਣਾ ਹੈ। ਸੋ ਅਬ ਲਗੇ ਕਹਿ ਕਬ ਜਾਣੇ, ਤੇ ਮਹਾਰਾਜ ਕਹਿਣ ਲੱਗੇ ਵੀ ਉਹ ਜਿਹੜੇ ਬਚਨ ਹਨ ਨਾ ਬੋਹੜ ਤੇ ਖੂਹ ਹੁਣ ਤੱਕ ਜਾਣੇ ਜਾਂਦੇ ਦੇਖੇ ਨੇ। ਉੱਥੇ ਮਹਾਰਾਜ ਨੇ ਬਚਨ ਕੀਤਾ ਸੀ, ਕਹਿਣ ਲੱਗੇ ਬ੍ਰਾਹਮਣ ਜੀ ਇੱਥੇ ਬੋਹੜ ਹੋਵੇਗਾ ਤੇ ਇੱਕ ਖੂਹ ਵੀ ਲੱਗੇਗਾ ਤੇ ਸਾਰੇ ਲੋਕ ਪਾਣੀ ਪੀਣਗੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਦੋਂ ਮੈਂ ਇਤਿਹਾਸ ਇਹ ਲਿਖਿਆ ਤੇ ਮੈਂ ਵੇਖ ਕੇ ਆਇਆ ਵੀ ਉਸ ਪਿੰਡ ਦੇ ਵਿੱਚ ਉਹ ਸਤਿਗੁਰਾਂ ਦੇ ਕਹੇ ਹੋਏ ਬਚਨ ਅੱਜ ਵੀ ਪ੍ਰਫੁੱਲਤ ਨੇ। ਉਹ ਬੋਹੜ ਦਾ ਰੁੱਖ ਤੇ ਖੂਹ ਮੈਂ ਦੇਖੇ ਹਨ। ਗ੍ਰਾਮ ਸੁਖਿਆਲੇ ਮਹਿ ਅਬ ਅਹੈ, ਇਹ ਪਿੰਡ ਦਾ ਨਾਮ ਖਿਆਲਾ ਹੈ ਤੇ ਮਾਲਵੇ ਦੇ ਵਿੱਚ ਇਹ ਪਿੰਡ ਹੈ ਤੇ ਉੱਥੇ ਮਹਾਰਾਜ ਦੀਆਂ ਦੋਨੇ ਨਿਸ਼ਾਨੀਆਂ ਹਨ। ਬਿਤਤ ਲਗੇ ਨਰ ਜਾਏ ਸੁਲਹਿ, ਸੋ ਕਹਿਣ ਲੱਗੇ ਵੀ ਇਹ ਪ੍ਰਗਟ ਹੀ ਹੈ ਤੇ ਬਹੁਤੇ ਲੋਕ ਇਸ ਨੂੰ ਜਾ ਕੇ ਵੇਖਦੇ ਹਨ। ਇਸ ਪ੍ਰਕਾਰ ਸਤਿਗੁਰ ਤਹਿ ਬਾਸੇ, ਤੇ ਸਤਿਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਖਿਆਲੇ ਨਗਰ ਵਿੱਚ ਰਹੇ ਹਨ। ਦਿਜ ਪਰ ਭਏ ਪ੍ਰਸੰਨ ਤੇ ਵਿਗਾਸੇ, ਸਤਿਗੁਰੂ ਜੀ ਇਸ ਬ੍ਰਾਹਮਣ ਦੇ ਉੱਪਰ ਬੜੇ ਖੁਸ਼ ਹੋਏ। ਕਰੀ ਬਿਪਰ ਪਰ ਖੁਸ਼ੀ ਵਿਸਾਲਾ, ਸਤਿਗੁਰਾਂ ਨੇ ਇਸ ਬ੍ਰਾਹਮਣ ਦੇ ਉੱਪਰ ਡਾਢੀ ਖੁਸ਼ੀ ਕੀਤੀ ਹੈ। ਹਲਤ ਪਲਤ ਮੈਂ ਰਹਿਓ ਸੁਖਾਲਾ, ਸਤਿਗੁਰਾਂ ਨੇ ਆਖਿਆ ਤੇਰੀ ਲੋਕ ਪਰਲੋਕ ਵਿੱਚ ਮਦਦ ਕਰਾਂਗੇ ਤੇ ਉਹ ਬਚਨ ਪੂਰੇ ਵੀ ਕੀਤੇ ਹਨ। ਸ਼੍ਰੀ ਗੁਰ ਕਰਿਓ ਪੂਛ ਨਿਜ ਡੇਰਾ, ਸਤਿਗੁਰੂ ਜੀ ਹੁਣ ਖਿਆਲੇ ਨਗਰ ਤੋਂ ਅੱਗੇ ਨੂੰ ਚੱਲੇ ਹਨ। ਨਿਕਟ ਦਮਦਮੇ ਮੋੜ ਬਡੇਰਾ, ਸੋ ਕਹਿਣ ਲੱਗੇ ਦਮਦਮਾ ਸਾਹਿਬ ਦੇ ਨੇੜੇ ਇੱਕ ਮੌੜ ਨਾਮ ਦਾ ਨਗਰ ਹੈ, ਉਸ ਜਗ੍ਹਾ ਨੂੰ ਚੱਲੇ। ਇਸੀ ਗ੍ਰਾਮ ਕੋ ਪਹੁੰਚੇ ਜਾਈ, ਸਤਿਗੁਰੂ ਜੀ ਉਸ ਨਗਰ ਨੂੰ ਜਾ ਕੇ ਪਹੁੰਚੇ ਹਨ। ਉਤਰਿਓ ਚਹਿਤ ਦੇਖ ਸ਼ੁਭ ਥਾਈ, ਸਤਿਗੁਰੂ ਜੀ ਸੋਹਣਾ ਜਿਹਾ ਥਾਂ ਵੇਖ ਕੇ ਉਤਰਨਾ ਚਾਹੁੰਦੇ ਨੇ। ਇੱਕ ਥਲ ਕੰਟਕ ਕੀ ਬਡਵਾਰ, ਇੱਕ ਥਾਂ ਤੇ ਕੰਡਿਆਂ ਦੀ ਬਹੁਤ ਜ਼ਿਆਦੀ ਵਾੜ, ਬਹੁਤ ਜ਼ਿਆਦੇ ਕੰਡਿਆਂ ਵਾਲੀ ਇੱਕ ਜਗ੍ਹਾ ਹੈ। 12 ਕਰਿਓ ਹੁਤੋ ਇੱਕ ਸਾਰ, ਇਹਦੇ 4 ਸਫੇਰੇ ਵਾੜਾ ਕੀਤਾ ਸੀ। ਕੰਡਿਆਂ ਦੀ ਵਾੜ ਦੇ ਨਾਲ 4 ਸਫੇਰਿਓਂ ਵਲਗਣ ਕੀਤਾ ਹੋਇਆ ਥਾਂ ਵਲਿਆ ਹੋਇਆ। 4 ਸਫੇਰੇ ਕੰਡਿਆਂ ਦੇ ਨਿੱਕੇ ਨਿੱਕੇ ਛਾਪੇ ਜਿਹੜੇ ਨੇ, ਕੰਡਿਆਂ ਦੀਆਂ ਛਟੀਆਂ ਜਿਹੜੀਆਂ ਨੇ ਉਹ ਜੋੜੀਆਂ ਹੋਈਆਂ ਹਨ। ਤੈ ਕੇ ਕੰਟਕ ਕੁਛ ਹਟਵਾਏ, ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਕੁਝ ਕੰਡੇ ਇੱਥੋਂ ਪਾਸੇ ਕਰੋ ਤੇ ਸਤਿਗੁਰਾਂ ਨੇ ਕਹਿ ਕੇ ਕੁਝ ਕੰਡਿਆਂ ਦੇ ਉਹ ਜਿਹੜੇ ਟਾਹਣ ਸਨ ਉਹ ਪਾਸੇ ਕੀਤੇ ਹਨ। ਡੇਰੇ ਸਹਿਤ ਗੁਰੂ ਪ੍ਰਵਸ਼ਾਏ, ਤੇ ਸਤਿਗੁਰੂ ਜੀ ਉਸ ਥਾਂ ਦੇ ਅੰਦਰ ਚਲੇ ਗਏ। ਉਹ ਥਾਂ ਨੂੰ ਕਿਸੇ ਨੇ ਵਲਿਆ ਹੋਇਆ ਸੀ, ਜਿਵੇਂ ਅੱਜ ਆਪਾਂ ਕੰਧ ਕਰਕੇ ਆਪਣਾ ਥਾਂ ਵੱਲ ਲੈਂਦੇ ਆ। ਤੇ ਉਸ ਸਮੇਂ ਦੇ ਵਿੱਚ ਕਿਸੇ ਨੇ ਕੰਡਿਆਂ ਦੇ ਨਿੱਕੇ ਨਿੱਕੇ ਇਕੱਠੇ ਕਰਕੇ ਜਿਹੜੇ ਕੰਡਿਆਂ ਦੀਆਂ ਟਾਹਣੀਆਂ ਸਨ ਤੇ ਆਪਣਾ ਥਾਂ ਵਲਿਆ ਹੋਇਆ ਸੀ।
ਸਤਿਗੁਰਾਂ ਨੇ ਉਹ ਟਾਹਣੀਆਂ ਪਾਸੇ ਕਰਵਾਈਆਂ ਤੇ ਆਪ ਉਹਦੇ ਵਿੱਚ ਚਲੇ ਗਏ ਹਨ। ਉਤਰਨ ਲਗੇ ਤਵੇ ਨਰੇ ਆਏ। ਤੇ ਸਤਿਗੁਰੂ ਪਾਤਸ਼ਾਹ ਜਦੋਂ ਉਤਰਨ ਲੱਗੇ ਨਾ, ਇੱਥੇ ਆਪਣਾ ਪੜਾਅ ਕਰਨ ਲੱਗੇ, ਤੇ ਮਹਾਰਾਜ ਨੂੰ ਉਤਰਦਿਆਂ ਵੇਖ ਕੇ ਦੋ ਬੰਦੇ ਭੱਜ ਕੇ ਆਏ। ਬਰਜਤ ਭੈ ਨ ਸ਼ੁਭੇ ਥਾਏ। ਸਤਿਗੁਰੂ ਪਾਤਸ਼ਾਹ ਨੂੰ ਰੋਕਣ ਲੱਗ ਪਿਆ, ਕਹਿੰਦੇ ਮਹਾਰਾਜ ਵੇਖਿਓ ਵੇਖਿਓ, ਇੱਥੇ ਨਾ ਉਤਰਿਓ। ਮਹਾਰਾਜ ਕਹਿੰਦੇ ਕੀ ਹੋਇਆ ਭਾਈ? ਕਹਿੰਦੇ ਮਹਾਰਾਜ ਇਹ ਥਾਂ ਚੰਗਾ ਨਹੀਂ, ਇਹ ਬਹੁਤਾ ਚੰਗਾ ਨਹੀਂ ਜਿੱਥੇ ਉਤਰਨ ਲੱਗੇ ਹੋ। ਜੰਡ ਖਰੋ ਇਸਮੇ ਜੋ ਭਾਰਾ। ਮਹਾਰਾਜ ਆ ਜਿਹੜਾ ਜੰਡ ਖਲੋਤਾ ਹੈ ਨਾ ਸਾਹਮਣੇ, ਸਤਿਗੁਰਾਂ ਨੇ ਵੇਖਿਆ, ਕਹਿੰਦੇ ਵੀ ਹਾਂ ਖਲੋਤਾ। ਕਹਿੰਦੇ ਇਹ ਜਿਹੜਾ ਜੰਡ ਹੈ ਨਾ ਬਹੁਤ ਭਾਰੀ। ਕਾਂਡ ਪੱਤਰ ਜੁਤ ਲਹਿ ਬਿਸਤਾਰਾ। ਸੋ ਕਹਿਣ ਲੱਗੇ ਵੀ ਇਹਦੇ ਉੱਪਰ ਬਹੁਤ ਜ਼ਿਆਦਾ ਕਾਂਡ ਪੱਤਰ, ਬੜੇ ਬੜੇ ਕੰਡੇ ਨੇ, ਜੰਡ ਨੂੰ ਲੱਗੇ ਹੋਏ ਤੇ ਬੜੇ ਚੌੜੇ ਚੌੜੇ ਪੱਤਰੇ ਹਨ। ਬਸੈ ਪਿਸ਼ਾਚ ਇਸੀ ਮੈਂ ਕਬ ਕੋ। ਇਹਦੇ ਉੱਪਰ ਕੋਈ ਭੂਤ ਵਸਦਾ ਹੈ। ਮਹਾਰਾਜ ਅਸੀਂ ਕੰਡਿਆਂ ਦੀਆਂ ਇਹ ਟਾਹਣੀਆਂ ਤਾਂ ਲਾਈਆਂ ਨੇ ਵੀ ਇਹਦੇ ਵਿੱਚ ਕੋਈ ਨਾ ਜਾਵੇ, ਇੱਥੇ ਕੋਈ ਵੱਡਾ ਪ੍ਰੇਤ ਵਸਦਾ ਹੈ, ਕੋਈ ਭੂਤ ਵਸਦਾ ਹੈ ਜੰਡ ਦੇ ਉੱਪਰ, ਤੇ ਕਿਸੇ ਨੂੰ ਟਿਕਣ ਨਹੀਂ ਦਿੰਦਾ ਹੈ। ਗ੍ਰਾਮ ਵਿਖੈ ਦੀਨ ਸਪੈ ਸਭ ਕੋ। ਸਾਰਿਆਂ ਨੂੰ ਪਿੰਡ ਦੇ ਵਿੱਚ ਇਸ ਨੇ ਡਰ ਦਿੱਤਾ ਹੋਇਆ, ਸਾਰੀ ਦੁਨੀਆ ਇੱਥੇ ਡਰਦੀ ਹੈ। ਤੁਮ ਵੀ ਨਾ ਉਤਰੋ ਇਸ ਥਾਨ। ਇਸ ਕਰਕੇ ਮਹਾਰਾਜ ਤੁਸੀਂ ਵੀ ਇਹ ਗਲਤੀ ਨਾ ਕਰਿਓ, ਜੇ ਉਤਰੋਗੇ ਨਾ ਤਾਂ ਪ੍ਰੇਤ ਤੁਹਾਨੂੰ ਦੁੱਖ ਦੇਵੇਗਾ, ਤੇ ਇੱਥੇ ਉਤਰਨਾ ਨਾ ਕਰੋ। ਘਾਤ ਪਾਏ ਕਰਹਨ ਪ੍ਰਾਨ। ਤੇ ਮਹਾਰਾਜ ਉਹ ਪ੍ਰੇਤ ਤੇ ਮੌਕਾ ਵੇਂਦਾ ਰਹਿੰਦਾ, ਜਦੋਂ ਉਹਨੂੰ ਮੌਕਾ ਮਿਲ ਜਾਂਦਾ, ਦਾ ਲੱਗ ਜਾਂਦਾ, ਤੇ ਫਿਰ ਉਹ ਨੁਕਸਾਨ ਕਰਦਾ। ਪਿੰਡ ਦੇ ਵਿੱਚ ਕਈ ਬੰਦਿਆਂ ਦਾ ਉਹਨੇ ਨੁਕਸਾਨ ਕੀਤਾ ਹੈ। ਕਹਿ ਵਗਿਆ ਜਿਸਮੈ ਕਬਹੂ। ਮਹਾਰਾਜ ਜਦੋਂ ਵੇਖਦਾ ਨਾ ਵੀ ਇਸ ਬੰਦੇ ਨੇ ਬੜੀ ਅਵਗਿਆ ਕੀਤੀ ਹੈ, ਕਰਤਾ ਤਿਸੈ ਬਿਨਾਸ਼ਨ ਤਬਹੂ। ਤੇ ਉਹ ਉਸੇ ਵੇਲੇ ਬੰਦੇ ਨੂੰ ਨਾਸ ਵੀ ਕਰ ਦਿੰਦਾ ਹੈ। ਐਡਾ ਭਿਆਨਕ ਪ੍ਰੇਤ ਹੈ, ਭੂਤ ਹੈ, ਵੀ ਜਿਹੜਾ ਬੰਦਾ ਉਹਦੇ ਬੋੜ ਦੀ, ਉਹਦੇ ਜੰਡ ਦੀ ਨਰਾਦਰੀ ਕਰਦਾ ਤੇ ਉਹਨਾਂ ਨੂੰ ਨਾਸ ਕਰ ਦਿੰਦਾ ਹੈ। ਹਮ ਪੂਜਤ ਭੈ ਜੁਤ ਨਿਤਰ ਹੈ। ਤੇ ਅਸੀਂ ਉਸ ਨੂੰ ਭੈ ਮੰਨ ਕੇ, ਉਹਦਾ ਡਰ ਮੰਨ ਕੇ ਤੇ ਉਹਦੀ ਪੂਜਾ ਕਰਦੇ ਰਹਿੰਦੇ ਹਾਂ। ਇਸ ਕਾਰਨ ਤੇ ਤੁਮ ਕੋ ਕਹੈ। ਇਸ ਕਰਕੇ ਮਹਾਰਾਜ ਤੁਹਾਨੂੰ ਕਹਿੰਦੇ ਆ ਵੀ ਇੱਥੇ ਨਾ ਉਤਰੋ ਤੇ ਨਾ ਇਹਦੇ ਅੰਦਰ ਜਾਣਾ ਕਰੋ। ਵਹਿਰ ਕਰੋ ਕਿਤ ਡੇਰਾ ਜਾਏ। ਮਹਾਰਾਜ ਹਾਲੇ ਵੀ ਮੁੜਿਆ ਉਹ ਪਿੱਛੇ, ਇਸ ਕੰਡਿਆਂ ਵਾਲੀ ਤਾਰ ਤੋਂ ਬਾਹਰ ਆ ਜਾਓ, ਹੋਰ ਕਿਤੇ ਡੇਰਾ ਕਰ ਲਓ, ਨਹੀਂ ਤੇ ਪ੍ਰੇਤ ਨੇ ਤੁਹਾਨੂੰ ਬੜਾ ਦੁੱਖ ਦੇਣਾ ਹੈ। ਸੁਖ ਸੋ ਬਸੋ ਨਿਸਾ ਕੋ ਪਾਏ। ਤੇ ਮਹਾਰਾਜ ਸੁਖ ਦੇ ਨਾਲ ਰਹੋ, ਕਿਉਂ ਆਪਾਂ ਪ੍ਰੇਤ ਦੇ ਨਾਲ ਪੰਗਾ ਲੈਣਾ ਹੈ। ਤੁਮਕੋ ਸੁਧ ਹਮ ਦਈ ਮਤਾਏ। ਸਤਿਗੁਰੂ ਸਾਡਾ ਫਰਜ਼ ਬਣਦਾ ਸੀ ਤੁਹਾਨੂੰ ਖਬਰ ਦੇਣੀ, ਵੀ ਤੁਸੀਂ ਬਾਹਰੋਂ ਆਏ ਹੋ, ਤੁਹਾਨੂੰ ਪਤਾ ਨਹੀਂ, ਅਸੀਂ ਤੁਹਾਨੂੰ ਖਬਰ ਦਿੱਤੀ ਹੈ, ਹੁਣ ਅੱਗੋਂ ਤੁਹਾਡੀ ਮਰਜ਼ੀ, ਕੀ ਕਰਨਾ ਹੈ। ਹੋਏ ਨਾਸ ਪਿੱਛੇ ਪਛਤਾਏ। ਇਹ ਨਾ ਹੋਵੇ ਵੀ ਤੁਸੀਂ ਮਗਰੋਂ ਪਛਤਾਓ ਵੀ ਜੇ ਸਾਨੂੰ ਪਹਿਲਾਂ ਪਤਾ ਹੁੰਦਾ ਤਾਂ ਅਸੀਂ ਪ੍ਰੇਤ ਦੀ ਜਗ੍ਹਾ ਤੇ ਨਾ ਆਉਂਦੇ, ਭੂਤ ਦੀ ਜਗ੍ਹਾ ਤੇ ਨਾ ਆਉਂਦੇ। ਇਸ ਕਰਕੇ ਤੁਹਾਨੂੰ ਪਹਿਲਾਂ ਸਾਵਧਾਨ ਕੀਤਾ ਹੈ। ਸੁਨ ਸਤਿਗੁਰ ਨੇ ਤਿਨ ਕੋ ਕਹਿਓ। ਉਸ ਵੇਲੇ ਸਤਿਗੁਰਾਂ ਨੇ ਸੁਣੇ ਨਾ ਬਚਨ, ਤੇ ਮਹਾਰਾਜ ਸੁਣ ਕੇ ਕਹਿਣ ਲੱਗੇ, ਅਬ ਲਾਓ ਇਹਾਂ ਪਿਸ਼ਾਚ ਜੋ ਰਹਿਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਭਾਈ ਜੋ ਤੁਸੀਂ ਕਹਿੰਦੇ ਹੋ ਨਾ ਵੀ ਇੱਥੇ ਪ੍ਰੇਤ ਰਹਿੰਦਾ, ਭੂਤ ਰਹਿੰਦਾ ਹੈ, ਆਗੈ ਨਹੀਂ ਰਹੇ ਇਸ ਥਾਨ। ਇੱਥੇ ਹੁਣ ਸਾਡੇ ਚਰਨ ਪੈ ਗਏ ਨੇ, ਇੱਥੇ ਹੁਣ ਕੋਈ ਭੂਤ ਪ੍ਰੇਤ ਰਵੇਗਾ ਨਹੀਂ। ਜੇ ਕੋਈ ਰਹਿੰਦਾ ਤੇ ਉਹ ਦੌੜ ਜਾਏਗਾ, ਇੱਥੋਂ ਭਜਦੇ ਨੂੰ ਰਾਹ ਨਹੀਂ ਲੱਭੇਗਾ। ਹੁਣ ਕੋਈ ਉੱਥੇ ਭੂਤ ਪ੍ਰੇਤ ਨਹੀਂ ਰਹੇਗਾ। ਨਿਕਸ ਜਾਏ ਗੋ ਬਹਿ ਰਹਿ ਆਨ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿਤੇ ਹੋਰ ਥਾਂ ਤੇ ਜਾ ਕੇ ਰਹਿ ਪਵੇਗਾ, ਦੁਨੀਆ ਮੁੱਕ ਗਈ ਹੈ, ਪ੍ਰੇਤ ਨੇ ਕਿਹੜਾ ਜਾ ਕੇ ਕੋਈ ਘਰ ਬਣਾਉਣਾ, ਕੋਈ ਕਮਰਾ ਬਣਾਉਣਾ ਰਹਿਣ ਵਾਸਤੇ, ਰੁੱਖ ਤੇ ਚੜ੍ਹ ਕੇ ਬਹਿਣਾ, ਕਿਤੇ ਹੋਰ ਚੱਲ ਜਾਏਗਾ, ਇੱਥੇ ਨਹੀਂ ਹੁਣ ਰਵੇਗਾ, ਸਾਡੇ ਚਰਨ ਪੈ ਗਏ ਹਨ। ਬਸੈਂ ਦੇਵਤਾ ਸਥਲ ਆਏ। ਮਹਾਰਾਜ ਕਹਿੰਦੇ ਇੱਥੇ ਹੁਣ ਪ੍ਰੇਤ ਨਹੀਂ ਵਸਣਗੇ, ਇੱਥੇ ਤੇ ਦੇਵਤਿਆਂ ਵਰਗੇ ਮਨੁੱਖ ਵਸਿਆ ਕਰਨਗੇ। ਇੱਥੇ ਮਨੁੱਖ ਹੀ ਇਹੋ ਜਿਹੇ ਆਉਣਗੇ ਜਿਹੜੇ ਦੇਵਤਿਆਂ ਦੇ ਸਮਾਨ ਹੋਣਗੇ। ਜਿਸ ਤੇ ਤੁਮ ਸਗਰੇ ਸੁਖ ਪਾਏ। ਤੇ ਤੁਹਾਨੂੰ ਹੁਣ ਸੁਖ ਮਿਲੇਗਾ, ਤੁਹਾਨੂੰ ਹੁਣ ਕੋਈ ਦੁੱਖ ਨਹੀਂ ਦੇਵੇਗਾ। ਤਬ ਡੇਰਾ ਸਤਿਗੁਰੂ ਜਮਾਇਓ। ਸਤਿਗੁਰੂ ਪਾਤਸ਼ਾਹ ਨੇ ਉੱਥੇ ਆਪਣਾ ਡੇਰਾ ਕੀਤਾ ਹੈ। ਭਈ ਜਾਮਨੀ ਦੇਵ ਜੋ ਆਇਓ। ਤੇ ਕਹਿਣ ਲੱਗੇ ਜਦੋਂ ਰਾਤ ਪਈ ਤੇ ਉਹ ਆ ਗਿਆ, ਉਹ ਜਿਹੜਾ ਦੇਵ ਉੱਥੇ ਰਹਿੰਦਾ ਸੀ ਨਾ, ਰਾਤ ਪਈ, ਸਤਿਗੁਰਾਂ ਨੇ ਡੇਰਾ ਕੀਤਾ ਤੇ ਉਹ ਆ ਪਹੁੰਚਿਆ ਹੈ। ਹੱਥ ਜੋੜ ਕੇ ਬੇਨਤੀ ਠਾਨੀ। ਹੱਥ ਜੋੜ ਕੇ ਉਸ ਵੇਲੇ ਉਸ ਦੇਵ ਨੇ, ਉਹ ਜਿਹੜਾ ਦੈਂਤ ਉੱਥੇ ਕੋਈ ਰਹਿੰਦਾ ਸੀ ਪ੍ਰੇਤ, ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਤੁਮ ਸਮਰੱਥ ਸਗਲ ਗੁਣ ਖਾਨੀ। ਮਹਾਰਾਜ ਤੁਸੀਂ ਸਮਰੱਥ ਹੋ, ਗੁਣਾਂ ਦੇ ਘਰ ਹੋ, ਤੇ ਮੇਰੀ ਬੇਨਤੀ ਸੁਣਨਾ ਕਰੋ। ਦੋਹਰਾ ਪੂਰਬ ਹਮ ਇਕੱਠੇ ਸਗਲ ਵਸਤੇ ਗੋਇੰਦਵਾਲ। ਮਹਾਰਾਜ ਜੀ ਪਹਿਲਾਂ ਅਸੀਂ ਸਾਰੇ ਇਕੱਠੇ ਸੀ, ਤੇ ਸਤਿਗੁਰੂ ਪਾਤਸ਼ਾਹ ਸੀ ਰਹਿੰਦੇ ਸੀ ਗੋਇੰਦਵਾਲ ਦੀ ਧਰਤੀ ਤੇ। ਗੋਇੰਦਵਾਲ ਦੇ ਵਿੱਚ ਸਾਡਾ ਵਾਸਾ ਸੀ, ਅਸੀਂ ਸਾਰੇ ਭੂਤ ਉਸ ਜਗ੍ਹਾ ਤੇ ਵਸਿਆ ਕਰਦੇ ਹਾਂ। ਗੁਰ ਅੰਗਦ ਸ਼੍ਰੀ ਅਮਰ ਕੋ ਕਹਿਤ ਭਏ ਹਿਤ ਨਾਲ। ਤੇ ਗੁਰੂ ਅੰਗਦ ਸਾਹਿਬ ਜੀਆਂ ਨੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਪ੍ਰੇਮ ਦੇ ਨਾਲ ਇਹ ਬਚਨ ਉੱਥੇ ਕੀਤੇ ਸਨ। ਚੌਪਈ ਗੋਇੰਦਵਾਲ ਥੇ ਜੋ ਪਰਿਓ। ਇਹ ਜਿਹੜਾ ਗੋਇੰਦਵਾਲ ਥੇ ਪਿਆ ਹੋਇਆ, ਉਜੜੀ ਹੋਈ ਜਗ੍ਹਾ ਪਈ ਹੋਈ ਹੈ। ਉਜਰਿਓ ਧਰਮ ਝੂਠ ਕੋ ਝੂਠ ਤੋਂ ਕਰਿਓ। ਮਹਾਰਾਜ ਕਹਿਣ ਲੱਗੇ ਵੀ ਇਹ ਉਜੜੀ ਹੋਈ ਜਗ੍ਹਾ ਹੈ, ਗੋਇੰਦੇ ਨੇ ਝੂਠਾ ਧਰਮ ਕੀਤਾ ਸੀ, ਇਸ ਲਈ ਉਜੜ ਗਿਆ। ਇਹ ਜੋ ਥਾਂ ਗੋਇੰਦਾ ਉਸ ਬੰਦੇ ਦਾ ਨਾਮ ਹੈ। ਤੇ ਮਹਾਰਾਜ ਕਹਿਣ ਲੱਗੇ
ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰੂ ਅੰਗਦ ਸਾਹਿਬ ਜੀ ਵੀ ਇਹ ਜੋ ਥੇ ਬਣਿਆ ਥਾਂ ਉਜੜਿਆ ਹੋਇਆ ਹੈ, ਅਬ ਤੁਮ ਜਾਏ ਬਸਾਵਨ ਕਰੀਏ, ਜਾਓ ਜਾ ਕੇ ਉਸ ਨੂੰ ਵਸਾਉਣਾ ਕਰੋ, ਉਸ ਨੂੰ ਆਬਾਦ ਕਰਨਾ ਕਰੋ। ਹਮਰੇ ਕਰਕੇ ਛੁੱਟੀ ਸੋ ਧਰੀਏ, ਛਟੀ ਸੋ ਲਹਿ ਧਰੀਏ। ਮਹਾਰਾਜ ਦੇ ਹੱਥ ਵਿੱਚ ਸੋਟੀ ਫੜੀ ਸੀ ਗੁਰੂ ਅੰਗਦ ਸਾਹਿਬ ਜੀਆਂ ਨੇ। ਇਤਿਹਾਸ ਆਪਾਂ ਪਿੱਛੇ ਸਰਵਣ ਕੀਤਾ। ਮਹਾਰਾਜ ਨੇ ਉਹ ਸੋਟੀ ਆਪਣੇ ਹੱਥਾਂ ਦੀ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਨੂੰ ਫੜਾਈ। ਕਹਿਣ ਲੱਗਿਆ ਸਾਡੇ ਹੱਥਾਂ ਦੀ ਸੋਟੀ ਲੈ ਜਾਓ ਤੇ ਜਾਓ ਜਾ ਕੇ ਉੱਥੇ ਥੇ ਦੇ ਉੱਪਰ ਨਗਰ ਵਸਾਉਣਾ ਕਰੋ। ਭੂਤ ਪ੍ਰੇਤ ਕੋ ਲੱਖੋ ਦਲ ਹੈ, ਭਾਵੇਂ ਭੂਤਾਂ ਤੇ ਪ੍ਰੇਤਾਂ ਦਾ ਲੱਖਾਂ ਦੀ ਗਿਣਤੀ ਵਿੱਚ ਦਲ ਆ ਜਾਵੇ, ਭਾਵੇਂ ਲੱਖਾਂ ਭੂਤ ਤੇ ਪ੍ਰੇਤ ਮਹਾਰਾਜ ਕਹਿੰਦੇ ਇਕੱਠੇ ਹੋ ਕੇ ਆ ਜਾਣ, ਦੇਖ ਛਟੀ ਭਾਜੈ ਤਜ ਚਲ ਹੈ, ਤੇਰੇ ਹੱਥਾਂ ਵਿੱਚ ਇਹ ਸੋਟੀ ਸਾਡੇ ਹੱਥ ਦੀ ਦਿੱਤੀ ਹੋਈ ਵੇਖ ਕੇ ਉੱਥੇ ਭੂਤ ਪ੍ਰੇਤ ਟਿਕੇਗਾ ਕੋਈ ਨਹੀਂ, ਸਭ ਉੱਥੋਂ ਭੱਜ ਜਾਣਗੇ, ਦੌੜ ਜਾਣਗੇ, ਕੋਈ ਟਿਕੇਗਾ ਨਹੀਂ। ਇਹ ਅਸੀਂ ਤੁਹਾਨੂੰ ਬਖਸ਼ਿਸ਼ ਦਿੱਤੀ ਹੈ। ਹੁਕਮ ਮਾਨ ਸ਼੍ਰੀ ਅਮਰ ਸੁਆਏ, ਗੁਰੂ ਅਮਰਦਾਸ ਪਾਤਸ਼ਾਹ ਨੇ ਹੁਕਮ ਮੰਨਿਆ ਗੁਰੂ ਅੰਗਦ ਸਾਹਿਬ ਜੀਆਂ ਦਾ ਤੇ ਮਹਾਰਾਜ ਉੱਥੇ ਆ ਗਏ ਹਨ। ਹਮ ਸਭ ਹਨ ਕੋ ਦੀਨ ਭਲਾਏ, ਇਹ ਪ੍ਰੇਤ ਦੱਸਦਾ ਪਿਆ, ਕਹਿੰਦਾ ਮਹਾਰਾਜ ਅਸੀਂ ਗੋਇੰਦਵਾਲ ਰਹਿੰਦੇ ਸੀ ਤੇ ਉੱਥੋਂ ਸਾਨੂੰ ਭਜਾਇਆ ਹੈ ਗੁਰੂ ਅਮਰਦਾਸ ਮਹਾਰਾਜ ਨੇ, ਉੱਥੋਂ ਦੌੜ ਕੇ ਅਸੀਂ ਫਿਰ ਜੰਗਲ ਦੇਸ਼ ਇਤੈ ਸਭ ਆਏ, ਮਹਾਰਾਜ ਇੱਥੇ ਅਸੀਂ ਆ ਗਏ ਆ। ਜੰਗਲ ਇੱਥੇ ਹੈਗਾ ਸੀ, ਬੀਆਬਾਨ ਇੱਥੇ ਨਾ ਕੋਈ ਆਵੇ ਤੇ ਨਾ ਕੋਈ ਜਾਵੇ, ਤੇ ਅਸੀਂ ਉੱਥੋਂ ਭੱਜੇ ਹੋਏ ਗੋਇੰਦਵਾਲ ਦੇ ਤੇ ਇੱਥੇ ਆ ਕੇ ਰਹਿੰਦੇ ਹਾਂ। ਆਦ ਬਠਿੰਡੇ ਬਸ ਸੁਖ ਪਾਏ, ਤੇ ਕੁਝ ਸਾਡੇ ਨਾਲ ਦੇ ਬਠਿੰਡੇ ਸ਼ਹਿਰ ਦੇ ਵਿੱਚ ਵਸੇ ਨੇ ਜਾ ਕੇ ਉਜੜੀਆਂ ਜਗ੍ਹਾ ਦੇ ਵਿੱਚ, ਕੁਝ ਇੱਥੇ ਰਹਿੰਦੇ ਜਿੱਥੇ ਤੁਸੀਂ ਆਏ ਹੋ। ਆਵਨ ਭਾ ਇਸ ਦੇਸ਼ ਤੁਮਾਰੋ, ਸਤਿਗੁਰੂ ਪਾਤਸ਼ਾਹ ਹੁਣ ਅਸੀਂ ਇੱਥੇ ਆ ਗਏ ਤੇ ਤੁਸੀਂ ਸਾਡੇ ਮਗਰੇ ਹੀ ਆ ਗਏ। ਪਹਿਲਾਂ ਸਾਨੂੰ ਉੱਥੋਂ ਤੁਸੀਂ ਕੱਢਿਆ ਗੋਇੰਦਵਾਲ ਦੇ ਵਿੱਚੋਂ, ਹੁਣ ਅਸੀਂ ਇੱਥੇ ਆਏ ਹਾਂ ਤੇ ਤੁਸੀਂ ਸਾਡੇ ਮਗਰੇ ਆ ਗਏ ਹੋ। ਹਮਕੋ ਦੁਖ ਦੋ ਸੋ ਡਰ ਉਰ ਧਾਰੋ, ਮਹਾਰਾਜ ਸਾਨੂੰ ਦੁੱਖ ਹੀ ਦਿੰਦੇ ਹੋ, ਜਿੱਥੇ ਆਉਂਦੇ ਹੋ ਹਰ ਵੇਲੇ ਅਸੀਂ ਤੁਹਾਡੇ ਤੋਂ ਡਰਦੇ ਰਹਿੰਦੇ ਹਾਂ। ਕਹਾਂ ਬਾਸ ਹਮ ਕਰ ਹੈ ਜਾਏ, ਮਹਾਰਾਜ ਅਸੀਂ ਕਿੱਥੇ ਵਸੀਏ, ਸਾਨੂੰ ਵੀ ਦੱਸੋ ਨਾ ਵੀ ਅਸੀਂ ਜਾਈਏ ਤੇ ਫਿਰ ਜਾਈਏ ਕਿੱਥੇ। ਜਿੱਥੇ ਅਸੀਂ ਜਾਂਦੇ ਹਾਂ ਤੁਸੀਂ ਮਗਰ ਆ ਜਾਂਦੇ ਹੋ। ਮਹਾਰਾਜ ਅਸੀਂ ਵਾਸ ਕਿੱਥੇ ਕਰੀਏ। ਕਿਰਪਾ ਧਾਰ ਦੇਹੁ ਦੇਸ਼ ਬਤਾਏ, ਸਤਿਗੁਰੂ ਕਿਰਪਾ ਕਰੋ ਤੇ ਸਾਨੂੰ ਉਹ ਟਿਕਾਣਾ ਜਿਹੜਾ ਦੱਸ ਦੇਣਾ ਕਰੋ। ਸ੍ਰੀ ਗੁਰੂ ਕਹਿਓ ਆਏ ਇਸ ਕਾਲ, ਮਹਾਰਾਜ ਕਹਿਣ ਲੱਗੇ ਕਿ ਇਸ ਕਾਲ ਇਸ ਸਮੇਂ ਜੋ ਆਏ ਹਾਂ ਬਿਤੈ ਬਰਖ ਕੇਤਕ ਇਸ ਢਾਲ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੁਝ ਸਾਲ ਇਸੇ ਤਰ੍ਹਾਂ ਹੀ ਇੱਥੇ ਬਤੀਤ ਹੋਣੇ ਹਨ। ਏਕ ਪੁਰਖ ਆਵੈ ਇਸ ਦੇਸ਼, ਮਹਾਰਾਜ ਕਹਿਣ ਲੱਗੇ ਇੱਕ ਮਹਾਂਪੁਰਖ ਇਸ ਦੇਸ਼ ਵਿੱਚ ਆਵੇਗਾ। ਹੁਣ ਤੇ ਅਸੀਂ ਆਏ ਹਾਂ ਪਰ ਸਾਡੇ ਤੋਂ ਬਾਅਦ ਵਿੱਚ ਇੱਥੇ ਇੱਕ ਮਹਾਂਪੁਰਖ ਨੇ ਆ ਕੇ ਚਰਨ ਪਾਉਣੇ ਹਨ। ਜਾਏ ਬਠਿੰਡੇ ਕਰਹਿ ਪ੍ਰਵੇਸ਼, ਤੇ ਉਹ ਫਿਰ ਬਠਿੰਡੇ ਦੇ ਵਿੱਚ ਜਾ ਕੇ ਆਪਣਾ ਨਿਵਾਸ ਕਰਨਗੇ, ਬਠਿੰਡੇ ਦੇ ਵਿੱਚ ਜਾ ਕੇ ਚਰਨ ਪਾਉਣਗੇ। ਤੈ ਤੇ ਦੇਵ ਨਿਕਾਸੈ ਸੋਏ, ਉੱਥੇ ਜਿਹੜੇ ਵੱਡੇ ਵੱਡੇ ਪ੍ਰੇਤ ਰਹਿੰਦੇ ਨੇ ਨਾ, ਉਹ ਜਾ ਕੇ ਉਸ ਮਹਾਂਪੁਰਖ ਨੇ ਉੱਥੋਂ ਕੱਢ ਦੇਣੇ ਹਨ। ਬਸਵੇ ਦੇਸ਼ ਦੇ ਜਬ ਸੋਏ, ਤੇ ਕਹਿਣ ਲੱਗੇ ਵੀ ਉਸ ਵੇਲੇ ਜਬ ਹੋਏ, ਇਹ ਜਿਹੜਾ ਦੇਸ਼ ਹੈ ਨਾ ਫਿਰ ਵਸਣ ਵਾਲਾ ਹੋਵੇਗਾ। ਜਦੋਂ ਕੋਈ ਮਹਾਂਪੁਰਖ ਇੱਥੇ ਆਉਣਗੇ ਉਹਨਾਂ ਨੇ ਉਸ ਬਠਿੰਡੇ ਦੇ ਵਿੱਚੋਂ ਪ੍ਰੇਤਾਂ ਨੂੰ ਭੂਤਾਂ ਨੂੰ ਭਜਾ ਦੇਣਾ, ਫਿਰ ਇਹ ਦੇਸ਼ ਵਸਣ ਦੇ ਯੋਗ ਹੋਵੇਗਾ। ਹਿਮ ਸੁਨ ਨਮਸਕਾਰ ਕਰ ਗਇਓ, ਇਸ ਤਰ੍ਹਾਂ ਮਹਾਰਾਜ ਦੇ ਬਚਨ ਸੁਣ ਕੇ ਤੇ ਨਮਸਕਾਰ ਕਰਕੇ ਚਲਾ ਗਿਆ। ਸ੍ਰੀ ਗੁਰੂ ਸੇਜ ਹੋਏ ਸੁਖ ਲਇਓ, ਤੇ ਸਤਿਗੁਰੂ ਪਾਤਸ਼ਾਹ ਜੀ ਆਪਣੀ ਸੇਜਾ ਤੇ ਸੁਖ ਪਾਉਂਦੇ ਹਨ। ਸੁਪਤ ਜਥਾ ਸੁਖਨੇ ਸਭ ਬਤਾਏ, ਸਤਿਗੁਰਾਂ ਨੇ ਸੌਂ ਕੇ ਸੁਖਾਂ ਨਾਲ ਰਾਤ ਬਤੀਤ ਕੀਤੀ। ਉਨਤਮ ਨਸਿਓ ਪ੍ਰਾਤ ਹੋਇਆ, ਹਨੇਰਾ ਦੂਰ ਹੋਇਆ ਤੇ ਦਿਨ ਚੜਿਆ ਹੈ। ਦੋਹਰਾ ਕਿਤਕ ਦਿਵਸ ਤਿਸ ਗ੍ਰਾਮ ਮੈਂ ਬਸੇ ਗੁਰੂ ਮਹਾਰਾਜ। ਸਤਿਗੁਰੂ ਪਾਤਸ਼ਾਹ ਜਦੋਂ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਰਹਿੰਦੇ ਸਨ, ਉਦੋਂ ਗੋਇੰਦੇ ਨਾਮ ਦੇ ਇੱਕ ਵਿਅਕਤੀ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਨਗਰ ਉਜੜ ਗਿਆ, ਮੈਂ ਰਾਤ ਨੂੰ ਘਰ ਬਣਾਉਂਦਾ, ਸਵੇਰੇ ਘਰ ਬਣਾਉਂਦਾ, ਰਾਤ ਨੂੰ ਢਹਿ ਜਾਂਦੇ, ਆਪ ਜੀ ਕਿਰਪਾ ਕਰੋ। ਮਹਾਰਾਜ ਤੇ ਗੁਰੂ ਅੰਗਦ ਸਾਹਿਬ ਜੀਆਂ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਭੇਜਿਆ ਆਪਣੇ ਹੱਥਾਂ ਦੀ ਸੋਟੀ ਦੇ ਕੇ। ਕਹਿਣ ਲੱਗੇ ਸੋਟੀ ਦੇ ਅੱਗੇ ਕੋਈ ਭੂਤ ਪ੍ਰੇਤ ਠਹਿਰੇਗਾ ਨਹੀਂ, ਸਭ ਭੱਜ ਜਾਣਗੇ, ਤੁਸੀਂ ਜਾ ਕੇ ਨਗਰ ਵਸਾਓ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਗਏ, ਮਹਾਰਾਜ ਨੇ ਚਰਨ ਪਾਏ, ਨਗਰ ਵਸਿਆ। ਗੋਇੰਦਵਾਲ ਗੁਰੂ ਅਮਰਦਾਸ ਪਾਤਸ਼ਾਹ ਨੇ ਵਸਾਇਆ ਨਗਰ। ਉੱਥੇ ਜਿਹੜੀਆਂ ਇਹੋ ਜਿਹੀਆਂ ਆਤਮਾ ਦੇਵ ਦਾਨਵ ਰਹਿੰਦੇ ਸਨ, ਸਾਰੇ ਭੱਜ ਕੇ ਜੰਗਲ ਨੂੰ ਆ ਗਏ। ਹੁਣ ਜੰਗਲ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਆਏ ਨੇ, ਤੇ ਇੱਕ ਦਿਓ ਜਿਹੜਾ ਹੈ ਦੈਂਤ, ਇੱਕ ਬਠਿੰਡੇ ਸ਼ਹਿਰ ਦੇ ਵਿੱਚ ਕਿਲਾ, ਤੇ ਉਹਦੇ ਵਿੱਚ ਰਹਿੰਦਾ ਹੈ, ਉੱਥੇ ਨਿਵਾਸ ਰੱਖਦਾ। ਇਹ ਜਿਹੜਾ ਇਸ਼ਾਰਾ ਕੀਤਾ ਨਾ ਨਵੇਂ ਪਾਤਸ਼ਾਹ ਨੇ ਵੀ ਇੱਥੇ ਇੱਕ ਮਹਾਂਪੁਰਖ ਆਉਣਗੇ ਤੇ ਉਹ ਇੱਥੇ ਆ ਕੇ ਚਰਨ ਪਾਉਣਗੇ, ਉਹ ਜਿਹੜਾ ਇਸ਼ਾਰਾ ਹੈ 10ਵੇਂ ਪਾਤਸ਼ਾਹ ਦੇ ਵੱਲ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਫਿਰ ਬਠਿੰਡੇ ਸ਼ਹਿਰ ਦੇ ਵਿੱਚ ਚਰਨ ਪਾਏ ਸਨ, ਉਸ ਕਿਲੇ ਦੇ ਵਿੱਚ। ਤੋਂ ਉੱਥੇ ਇੱਕ ਕਾਣਾ ਦਿਓ ਰਹਿੰਦਾ ਤੇ ਉਹਨੂੰ ਮਹਾਰਾਜ ਨੇ ਦੜਾਇਆ ਸੀ, ਉੱਥੋਂ ਭਜਾਇਆ ਸੀਗਾ।
ਤੇ ਫਿਰ ਉਹ ਸਾਰਾ ਇਲਾਕਾ ਵਸਿਆ ਨਹੀਂ, ਤੇ ਪਹਿਲਾਂ ਬੀਆਬਾਨ ਜੰਗਲ ਉਜੜਿਆ ਪਿਆ ਸੀਗਾ। ਇਹਨਾਂ ਪ੍ਰੇਤਾਂ ਨੇ ਉਹ ਧਰਤੀ ਉਜਾੜੀ ਹੋਈ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਇੱਥੇ ਬਚਨ ਕਹਿ ਰਹੇ ਨੇ, ਕਹਿਣ ਲੱਗੇ ਸਮਾਂ ਆਵੇਗਾ ਇੱਥੇ ਮਹਾਂਪੁਰਖ ਚਰਨ ਪਾਉਣਗੇ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮੁਖੋਂ ਜਿੰਨੀ ਵਾਰੀ ਵੀ ਬਚਨ ਨਿਕਲਿਆ ਨਾ ਦਸਵੇਂ ਪਾਤਸ਼ਾਹ ਦੇ ਪ੍ਰਤੀ, ਉਨੀ ਵਾਰੀ ਉਹਨਾਂ ਨੇ ਇਹੋ ਬਚਨ ਕਿਹਾ ਵੀ ਇੱਥੇ ਮਹਾਂਪੁਰਖ ਆਉਣਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਮਹਾਂਪੁਰਖ ਦਾ ਦਰਜਾ ਗੁਰੂ ਤੇਗ ਬਹਾਦਰ ਪਾਤਸ਼ਾਹ ਥਾਵਾਂ ਥਾਵਾਂ 'ਤੇ ਕਹਿ ਕੇ ਸੰਬੋਧਨ ਕਰਦੇ ਸਨ ਵੀ ਇੱਥੇ ਇੱਕ ਵੱਡੀ ਆਤਮਾ ਨੇ ਆਉਣਾ ਜਿਨ੍ਹਾਂ ਨੇ ਕਿਰਪਾ ਕਰਨੀ ਹੈ। ਫਿਰ ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਇੱਥੇ ਚਰਨ ਪਾਏ ਦਮਦਮਾ ਸਾਹਿਬ ਦੀ ਧਰਤੀ 'ਤੇ। ਗੁਰੂ ਕਿਆਂ ਸਿੱਖਾਂ ਨੂੰ ਬਾਣੀ ਪੜ੍ਹਨੀ ਸਿਖਾਈ ਹੈ। ਗੁਰੂ ਕੀ ਕਾਸ਼ੀ ਕਿਹਾ ਜਾਂਦਾ ਦਮਦਮਾ ਸਾਹਿਬ ਨੂੰ, ਤਲਵੰਡੀ ਸਾਬੋ ਦੀ ਧਰਤੀ। ਅਤੇ ਬਠਿੰਡੇ ਦੇ ਵਿੱਚ ਵੀ ਉਸ ਕਿਲੇ ਦੇ ਅੰਦਰ, ਬਠਿੰਡੇ ਸ਼ਹਿਰ ਦੇ ਵਿੱਚ ਵੀ ਦਸਵੇਂ ਪਾਤਸ਼ਾਹ ਦਾ ਉਹ ਸਥਾਨ ਹੈ ਜਿੱਥੇ ਚਰਨ ਪਾਏ ਸਨ। ਯਾਦਗਾਰ ਮਹਾਰਾਜ ਦੀ ਗੁਰਦੁਆਰਾ ਸਾਹਿਬ ਬਣਿਆ ਹੋਇਆ। ਸੋ ਇਸ ਤਰ੍ਹਾਂ ਇਹ ਸਾਰਾ ਇਤਿਹਾਸ ਹੈ ਜਿਹੜਾ ਪਿੱਛੇ ਵਾਪਰਿਆ ਗੁਰੂ ਅੰਗਦ ਸਾਹਿਬ ਦੇ ਸਮੇਂ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਮੇਂ, ਔਰ ਆਉਣ ਵਾਲਾ ਸਮਾਂ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਵਾਪਰਨਾ, ਉਹ ਸਾਰਾ ਇੱਥੇ ਆਪਾਂ ਸਰਵਣ ਕੀਤਾ ਹੈ। ਸੰਗਤ ਦੇਖਦੇ ਹਾਲ ਹੋਏ ਸਿੱਖਨ ਸੁਧਰੇ ਕਾਜ। ਸਤਿਗੁਰੂ ਪਾਤਸ਼ਾਹ ਇੱਥੇ ਰਹਿੰਦੇ ਨੇ ਤੇ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ। ਚੌਪਈ ਚੱਲ ਦਲ ਲੱਗਿਓ ਜੰਡ ਤਿਸ ਮਾਹੀ। ਕਹਿਣ ਲੱਗੇ ਵੀ ਉੱਥੇ ਇੱਕ ਪਿੱਪਲ ਹੋਣ ਕਰਕੇ, ਤੇ ਇੱਥੇ ਕਹਿੰਦੇ ਵੀ ਦੇਵਤੇ ਦਾ ਜਾਂ ਪਿੱਪਲ ਹੋਣ ਕਰਕੇ ਕਿਸੇ ਚੰਗੀ ਆਤਮਾ ਦਾ ਵਾਸ ਹੈ। ਸਤਿਗੁਰ ਬਾਗ ਨਿਫਲ ਕਿਮ ਜਾਹੀ। ਸਤਿਗੁਰਾਂ ਦੇ ਬਚਨ ਖਾਲੀ ਕਿਵੇਂ ਜਾ ਸਕਦੇ। ਮਹਾਰਾਜ ਨੇ ਆਖਿਆ ਨਾ ਇੱਥੇ ਹੁਣ ਪ੍ਰੇਤ ਨਹੀਂ ਰਹਿਣਗੇ, ਭੂਤ ਨਹੀਂ ਰਹਿਣਗੇ, ਇੱਥੇ ਦੇਵਤੇ ਵਾਸਾ ਕਰਨਗੇ। ਤੇ ਉੱਥੇ ਕਹਿਣ ਲੱਗੇ ਵੀ ਬੋਹੜ ਦੇ ਰੁੱਖ ਅਤੇ ਇਸੇ ਤਰ੍ਹਾਂ ਪਿੱਪਲ ਦੇ ਰੁੱਖ ਨੇ, ਤੇ ਕਹਿੰਦੇ ਕੋਈ ਚੰਗੀ ਆਤਮਾ ਉੱਥੇ ਨਿਵਾਸ ਕਰਦੀ ਹੈ। ਮਹਾਰਾਜ ਨੇ ਜਿਹੜੇ ਬਚਨ ਕੀਤੇ ਉਹ ਨਿਸਫਲ ਕਿਵੇਂ ਜਾ ਸਕਦੇ ਹਨ। ਉਹ ਦੇਵਤਾ ਕੋ ਤਹਿਬਾਸ। ਕਹਿਣ ਲੱਗੇ ਵੀ ਉੱਥੇ ਦੇਵਤਿਆਂ ਦਾ ਕਿਸੇ ਚੰਗੀ ਰੂਹ ਦਾ ਉੱਥੇ ਵਾਸਾ ਹੋਇਆ ਹੈ। ਜੋ ਸਭ ਕੋ ਸੁਖ ਦੇਤ ਪ੍ਰਕਾਸ਼। ਉਹ ਜਿਹੜੀ ਚੰਗੀ ਆਤਮਾ ਉੱਥੇ ਰਹਿੰਦੀ ਹੈ ਸਾਰੇ ਇਲਾਕੇ ਨੂੰ ਸੁਖ ਦਿੰਦੀ ਹੈ। ਸੁਠ ਪ੍ਰਿਯੰਕ ਇੱਕ ਦਿਓਸ ਡਸਾਇਆ। ਕਹਿਣ ਲੱਗੇ ਵੀ ਇੱਕ ਦਿਨ ਮਹਾਰਾਜ ਜੀਆਂ ਦੇ ਵਾਸਤੇ ਬਹੁਤ ਸੋਹਣਾ ਪਲੰਘਾ ਡਾਇਆ ਹੈ। ਉਜਲ ਆਸਤਰਨ ਸੋਸ਼ਾਇ। ਚਿੱਟੀਆਂ ਚਾਦਰਾਂ ਦੇ ਨਾਲ ਉਸ ਬੈੱਡ ਦੇ ਉੱਪਰ ਵਿਛਾਈ ਕੀਤੀ ਹੈ। ਇਸ ਪਰ ਬੈਠੇ ਗੁਰੂ ਮਹਾਰਾਜ। ਸਤਿਗੁਰੂ ਪਾਤਸ਼ਾਹ ਉਸ ਦੇ ਉੱਪਰ ਬੈਠੇ ਹਨ। ਦਰਸ਼ਨ ਦੇਤ ਗਰੀਬ ਨਿਵਾਜ। ਗਰੀਬਾਂ ਨੂੰ ਨਿਵਾਜਣ ਵਾਲੇ ਮਹਾਰਾਜ ਪਲੰਘੇ ਤੇ ਬੈਠ ਕੇ ਦਰਸ਼ਨ ਦਿੰਦੇ। ਅਪਰ ਪੰਚਾਇਤ ਗੁਰ ਟਿਕਿਆ। ਜਿਹੜਾ ਹੋਰ ਕੋਈ ਮਿਲਣ ਵਾਸਤੇ ਗੁਰੂ ਪਾਤਸ਼ਾਹ ਦੇ ਕੋਲ ਆਉਂਦਾ ਹੈ, ਕੰਬਲ ਪਰ ਬੈਠੇ ਸਮੁਦਾਇ। ਉਹਨਾਂ ਵਾਸਤੇ ਥੱਲੇ ਵਿਛਾਈਆਂ ਕੀਤੀਆਂ। ਇੱਥੋਂ ਇੱਕ ਸਾਖੀ ਆਰੰਭ ਹੋਈ ਹੈ। ਮਹਾਰਾਜ ਦੇ ਵਾਸਤੇ ਬੜਾ ਸੋਹਣਾ ਪਲੰਘਾ ਤੇ ਪਲੰਘੇ ਦੇ ਉੱਪਰ ਚਿੱਟੀ ਚਾਦਰ ਵਿਛੀ ਤੇ ਮਹਾਰਾਜ ਬੈਠੇ। ਸੰਗਤਾਂ ਵਾਸਤੇ ਬੜੇ ਸੋਹਣੇ ਕੰਬਲ ਵਿਛਾਏ ਹੋਏ। ਜਿਹੜਾ ਕੋਈ ਆਉਂਦਾ ਉੱਥੇ ਆ ਕੇ ਬੈਠਦਾ ਹੈ। ਦਰਸ਼ਨ ਕਰੇ ਹੋਏ ਅਰਦਾਸ। ਜਿਹੜਾ ਵੀ ਆਉਂਦਾ ਦਰਸ਼ਨ ਕਰਦਾ, ਅਰਦਾਸਾਂ ਕਰਦਾ ਹੈ। ਹਰ ਪੈ ਬ੍ਰਿੰਦ ਉਪਾਇਨ ਪਾਸ। ਸਤਿਗੁਰਾਂ ਦੇ ਚਰਨਾਂ ਤੇ ਕਈ ਭੇਟਾ ਲਿਆ ਕੇ ਸਿੱਖ ਰੱਖਦੇ ਹਨ। ਉਤ ਦੇਸੂ ਦੀ ਸੁਣੋ ਕਹਾਣੀ। ਕਹਿਣ ਲੱਗੇ ਵੀ ਪਿੱਛੇ ਆਪਾਂ ਇਤਿਹਾਸ ਸਰਵਣ ਕੀਤਾ ਹੈ ਨਾ, ਵੀ ਪਿਛਲੇ ਪਿੰਡ ਦੇ ਵਿੱਚ ਇੱਕ ਦੇਸੂ ਰਹਿੰਦਾ ਸੀ ਜਿਹਨੂੰ ਮਹਾਰਾਜ ਨੇ ਆਖਿਆ ਸਾਡਾ ਸਿੱਖ ਬਣ ਜਾ, ਤੇ 5 ਤੀਰ ਦਿੱਤੇ ਵੀ ਤੂੰ ਇਲਾਕੇ ਦਾ ਰਾਜਾ ਹੋਵੇਂਗਾ, ਮਾਲਕ ਹੋਵੇਂਗਾ। ਕਵੀ ਸੰਤੋਖ ਸਿੰਘ ਜੀ ਉਹਦੀ ਪੂਰੀ ਕਹਾਣੀ ਕਹਿੰਦੇ ਤੁਹਾਨੂੰ ਸੁਣਾਉਂਦੇ ਆ ਵੀ ਬਾਅਦ ਵਿੱਚ ਉਹਦੇ ਨਾਲ ਕੀ ਹੋਇਆ। ਕਹਿਣ ਲੱਗੇ ਆਓ ਦੇਸੂ ਦੀ ਕਹਾਣੀ ਸੁਣੀਏ। ਜੋ ਕਿ ਨਸਨ ਨਿਜ ਸ਼ਰਧਾ ਹਾਨੀ। ਉਹਨੇ ਗੁਰੂ ਪਾਤਸ਼ਾਹ ਦੇ ਕੋਲ ਤੇ ਕਹਿ ਦਿੱਤਾ ਵੀ ਮਹਾਰਾਜ ਮੈਂ ਤੁਹਾਡਾ ਸਿੱਖ ਬਣ ਗਿਆ, ਮੈਂ ਤੁਹਾਡੇ ਬਚਨ ਮੰਨਦਾ ਆ। ਮਹਾਰਾਜ ਨੇ 5 ਤੀਰ ਵੀ ਦਿੱਤੇ। ਇਹਨੇ ਗਲ ਵਿੱਚ ਉਹ ਜਿਹੜੀ ਨਿਸ਼ਾਨੀ ਪਾਈ ਸੀ ਕਿਸੇ ਮੁਸਲਮਾਨ ਪੀਰ ਦੀ, ਉਹ ਵੀ ਲਾਹ ਕੇ ਇਹਨੇ ਸੁੱਟ ਦਿੱਤੀ। ਪਰ ਜਦੋਂ ਗੁਰੂ ਮਹਾਰਾਜ ਆ ਗਏ ਉਹ ਸ਼ਰਧਾ ਇਹਦੇ ਮਨ ਵਿੱਚ ਰਹਿ ਨਹੀਂ ਗਈ। ਜਿਹੜੀ ਇਹਨੇ ਸ਼ਰਧਾ ਮਹਾਰਾਜ ਨੂੰ ਵਿਖਾਈ ਨਾ ਵੀ ਮੈਂ ਤੁਹਾਡਾ ਹੀ ਹਾਂ, ਸ਼ਰਧਾ ਰਹਿ ਨਹੀਂ ਗਈ, ਟੁੱਟ ਗਈ। ਕਹਿਣ ਲੱਗੇ ਸ਼ਰਧਾ ਟੁੱਟੀ ਤੇ ਫਿਰ ਕੀ ਹੋਇਆ ਹੈ। ਏਤ ਪਰਖਵੇ ਨਿਸ਼ਚਾ ਤਾਹੀਂ। ਇਹ ਆਂਦਾ ਵੀ ਮੈਨੂੰ ਪਰਖਣਾ ਚਾਹੀਦਾ। ਮਹਾਰਾਜ ਨੇ 5 ਤੀਰ ਤੇ ਦਿੱਤੇ। ਕਹਿੰਦੇ ਵੀ ਜਿੱਧਰ ਨੂੰ ਚਲਾਏਗਾ ਫਤਿਹ ਹੋਵੇਗੀ। ਹੁਣ ਪਤਾ ਨਹੀਂ ਫਤਿਹ ਹੋਵੇਗੀ ਕਿ ਨਹੀਂ ਹੋਵੇਗੀ। ਪਰਖਣ ਵਾਸਤੇ ਕੁਛ ਸੰਕਟ ਹੋਇਓ ਤਨ ਮਾਹੇ। ਇਹਦੇ ਸਰੀਰ ਦੇ ਵਿੱਚ ਥੋੜਾ ਸੰਕਟ, ਥੋੜਾ ਦੁੱਖ ਹੋਇਆ ਹੈ। ਕਿਤਕ ਦਿਵਸ ਗੁਰ ਪਾਛੇ ਭਇਓ। ਕਹਿਣ ਲੱਗੇ ਵੀ ਮਹਾਰਾਜ ਨੂੰ ਪਰਖਣਾ ਚਾਹੁੰਦੇ ਨੇ ਤੇ ਕੁਝ ਦਿਨਾਂ ਪਿਛੋਂ ਇਹਦੇ ਸਰੀਰ ਨੂੰ ਨਿੱਕਾ ਮੋਟਾ ਕੋਈ ਰੋਗ ਲੱਗ ਗਿਆ ਤੇ ਮਹਾਰਾਜ ਉੱਥੋਂ ਆ ਗਏ ਸਨ। ਕਸ਼ਟ ਸੰਗਤਨ ਕੋ ਤਪਤਿਓ। ਤੇ ਕਹਿਣ ਲੱਗੇ ਬੁਖਾਰ ਵਗੈਰਾ ਸਰੀਰ ਨੂੰ ਹੋਇਆ ਤੇ ਤਾਂ ਇਹਦਾ ਸਰੀਰ ਤਪਣ ਲੱਗ ਪਿਆ ਹੈ। ਧਾਏ ਨਾਮ ਤਿਸ ਇਸਤਰੀ ਕੇਰਾ। ਇਹਦੀ ਘਰ ਵਾਲੀ ਦਾ ਨਾਮ ਸੀ ਧਾਏ। ਜਦੋਂ ਉਹਨੂੰ ਪਤਾ ਲੱਗਾ ਨਾ ਵੀ ਮੇਰਾ ਪਤੀ ਬਿਮਾਰ ਹੋ ਗਿਆ ਹੈ, ਬੇਮੁਖ ਸਰਵਰ ਤੇ ਪਤਹੇਰਾ। ਉਹਨੇ ਇਹ ਜਾਣ ਲਿਆ। ਹੁਣ ਉਹ ਬੀਬੀ ਸੀ, ਇਸਤਰੀ ਸੀ, ਉਹਦੇ ਮਨ ਵਿੱਚ ਵਹਿਮ ਪੈ ਗਿਆ ਵੀ ਪਹਿਲਾਂ ਇਹ ਤੰਦਰੁਸਤ ਤੇ ਨਵਾਂ ਨਰੋਇਆ। ਇਹ ਜਦੋਂ ਦਾ ਉਹ ਸਖੀ ਸਰਵਰ ਨੂੰ ਛੱਡ ਕੇ, ਮੜੀ ਨੂੰ ਛੱਡ ਕੇ ਗੁਰੂ ਦਾ ਸਿੱਖ ਹੋਇਆ,
ਇਹਨੂੰ ਤੇ ਪਾਪ ਲੱਗਾ ਹੈ ਤੇ ਉਹ ਜਿਹੜੀ ਮੜੀ ਹੈ ਨਾ ਉਹਨੇ ਇਹਨੂੰ ਆ ਕੇ ਦੱਬ ਲਿਆ। ਜਿਹੜੀ ਘਰ ਵਾਲੀ ਇਸਤਰੀ ਉਹਦਾ ਨਾਮ ਧਾਏ ਸੀ, ਉਹਦੇ ਮਨ ਵਿੱਚ ਇਹ ਗੱਲ ਆ ਗਈ ਵੀ ਜਦੋਂ ਦਾ ਇਹਨੇ ਮੜੀ ਨੂੰ ਪੂਜਣਾ ਛੱਡਿਆ ਉਹ ਤਾਂ ਮਗਰੋਂ ਬਿਮਾਰ ਹੋਇਆ। ਇਹ ਗੱਲ ਮਨ ਵਿੱਚ ਜਾਣ ਕੇ ਭਈ ਕ੍ਰੋਧ ਸੋ ਤਾੜਿਓ ਕੰਤ। ਉਹ ਲੜ ਪਈ, ਗੁੱਸੇ ਵਿੱਚ ਆ ਗਈ, ਆਪਣੇ ਪਤੀ ਨੂੰ ਕਹਿਣ ਲੱਗੀ ਵੀ ਤੂੰ ਜਿਹੜੀ ਗੱਲ ਹੈ ਮੈਂ ਤੇਰੇ ਨਾਲ ਕਰਨ ਲੱਗੀ ਹਾਂ। ਗੁੱਸੇ ਵਿੱਚ ਆਈ, ਕੜਕੀ ਬਿਜਲੀ ਦੇ ਵਾਂਗ, ਤੇ ਆਪਣੇ ਪਤੀ ਨੂੰ ਕਹਿਣ ਲੱਗੀ ਹੈ ਕਿਸ ਤੇ ਸਿੱਖਿਓ ਅਸਮੰਤ। ਕਹਿਣ ਲੱਗੇ ਵੀ ਆ ਕਿਹੜਾ ਤੂੰ ਮੰਤਰ ਲੈ ਆਇਆ। ਪਹਿਲਾਂ ਆਪਾਂ ਮੜੀ ਦੀ ਪੂਜਾ ਕਰਦੇ ਸੀ, ਉੱਥੇ ਦੀਵਾ ਬੱਤੀ ਕਰਦੇ ਬੜੇ ਖੁਸ਼ ਸੀ। ਆ ਪਤਾ ਨਹੀਂ ਕਿੱਥੋਂ 5 ਤੀਰ ਲੈ ਆਂਦੇ, ਕਿਹਦੇ ਮਗਰ ਲੱਗ ਗਿਆ, ਕਿਹਦੇ ਕੋਲੋਂ ਨਵਾਂ ਮੰਤਰ ਲੈ ਕੇ ਆਇਆ ਜਿਹੜਾ ਤੂੰ ਹੁਣ ਨਵੇਂ ਕੰਮ ਕਰਦਾ ਹੈ। ਬੜੇ ਤੁਮਾਰੇ ਮਨ ਜਾਹੂ। ਤੇਰੇ ਵੱਡੇ ਵਡੇਰੇ ਵੀ ਉਸੇ ਮੜੀ ਨੂੰ ਮੰਨਦੇ ਸੀ, ਦਾਦੇ ਪੜਦਾਦੇ ਜਿੰਨੇ ਸਨ ਸਾਰੇ ਉਸ ਮੜੀ ਨੂੰ ਮੰਨਦੇ ਸਨ। ਦੂਧ ਪੂਤ ਜੋ ਦੇ ਘਰ ਮਾਹੂ। ਤੇ ਆਪਣੇ ਘਰ ਵਿੱਚ ਕਮੀ ਥੋੜਾ ਸੀ, ਉਸ ਮੜੀ ਨੂੰ ਪੂਜਨ ਕਰਕੇ ਸਾਡੇ ਘਰ ਵਿੱਚ ਵਾਧੂ ਦੁੱਧ ਹੈ, ਪੁੱਤਰਾਂ ਦੀ ਕਮੀ ਕੋਈ ਨਹੀਂ, ਧਨ ਪਦਾਰਥਾਂ ਦੀ ਕਮੀ ਕੋਈ ਨਹੀਂ, ਸਾਰਾ ਕੁਝ ਸਾਡੇ ਘਰ ਦੇ ਵਿੱਚ ਹੈ। ਦੇ ਤੁਮ ਰਾਧ ਹਜ਼ਾਰਨ ਤੇ ਜੋਏ। ਜੋ ਅਸੀਂ ਮੰਗਦੇ ਸੀ ਉਸ ਮੜੀ ਦੇ ਕੋਲੋਂ ਸਾਨੂੰ ਸਭ ਕੁਝ ਮਿਲਦਾ ਹੈ। ਤੈ ਕੈਸੇ ਕਰ ਤਿਆਗਿਓ ਤੇ ਸੋਏ। ਤੂੰ ਕਿਉਂ ਛੱਡ ਦਿੱਤੀ ਮੜੀ ਮੰਨਣੀ? ਤੈਨੂੰ ਕੀ ਲੋੜ ਸੀ ਗੁਰੂ ਦੇ ਕੋਲ ਜਾਣ ਦੀ? ਤੈਨੂੰ ਕੀ ਲੋੜ ਹੈ ਗੁਰੂ ਦਾ ਸਿੱਖ ਬਣਨ ਦੀ? ਤੈਨੂੰ ਕੀ ਲੋੜ ਸੀ 5 ਤੀਰ ਲੈ ਕੇ ਆਉਣ ਦੀ? ਜਦੋਂ ਸਾਨੂੰ ਸਭ ਕੁਝ ਮਿਲਦਾ ਪਿਆ ਸੀ, ਕਿਸੇ ਗੱਲ ਦੀ ਕਮੀ ਨਹੀਂ, ਤੇ ਤੂੰ ਉਸ ਮੜੀ ਨੂੰ ਮੰਨਣਾ ਕਿਉਂ ਛੱਡ ਦਿੱਤਾ ਹੈ? ਕੁੰਡੀ ਕਰਤੇ ਗੇਰਨ ਕੀਨ। ਤੇ ਤੂੰ ਉਹ ਜਿਹੜੀ ਨਿਸ਼ਾਨੀ ਸੀ ਪੀਰ ਦੀ ਗਲ ਵਿੱਚ ਪਾਈ ਹੋਈ, ਉਹ ਤੂੰ ਕਿਉਂ ਲਾ ਕੇ ਸੱਟੀ ਹੈ? ਹੁਣ ਬੀਬੀ ਗੁੱਸੇ ਵਿੱਚ ਆ ਤੇ ਦੁਆਲੇ ਹੋ ਗਈ ਆਪਣੇ ਪਤੀ ਦੇ, ਤੇ ਝਿੜਕਾ ਮਾਰਦੀ ਹੈ ਕਿਸ ਦੰਭੀ ਤੇ ਇਹ ਸਰਲੀਨ। ਇਹ ਕਿਹਦੇ ਪਖੰਡੀ ਕੋਲੋਂ ਤੀਰ ਲੈ ਕੇ ਆਇਆ? ਹੁਣ ਤੀਰ ਦਿੱਤੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੇ, ਤੇ ਘਰ ਵਾਲੀ ਗੁੱਸੇ ਵਿੱਚ ਕਹਿੰਦੀ ਵੀ ਤੂੰ ਕਿਸੇ ਪਖੰਡੀ ਦੇ ਕੋਲ ਚਲਾ ਗਿਆ ਤੇ ਕਿਸੇ ਪਖੰਡੀ ਨੇ ਤੈਨੂੰ ਇਹ 5 ਤੀਰ ਦਿੱਤੇ ਹਨ। ਜਾਂ ਤੇ ਕਸ਼ਟ ਤੋਹੇ ਕਹੋਵਾ। ਇਹ ਪਖੰਡੀ ਨੂੰ ਤੂੰ ਮੰਨਿਆ ਤਾਂ ਤੈਨੂੰ ਕਸ਼ਟ ਹੋਇਆ, ਤਾਂ ਤੂੰ ਬਿਮਾਰ ਹੋਇਆ ਹੈ। ਨਿਜ ਮੰਨਤ ਪਰ ਨਹੀਂ ਖਰੋਗਾ। ਤੂੰ ਜਿਹਨੂੰ ਮੰਨਦਾ ਸੀ ਉਹਨੂੰ ਮੰਨਦਾ ਰਹਿੰਦਾ। ਜਦੋਂ ਆਪਾਂ ਮੜੀ ਨੂੰ ਮੰਨਦੇ ਸੀ ਤੇ ਮੰਨਦੇ ਰਹਿੰਦੇ, ਪਰ ਤੂੰ ਆਪਣੀ ਮਨੌਤ ਤੇ ਖਲੋਤਾ ਨਹੀਂ ਹੈ। ਇਤਿਆਦਿਕ ਕਹਿਬਾ ਕਨੇਰੇ। ਇਤਿਆਦਿਕ ਕਈ ਗੱਲਾਂ ਕਹੀਆਂ ਇਸ ਬੀਬੀ ਨੇ, ਜਿਹਦਾ ਨਾਮ ਹੈ ਧਾਏ। ਗੁੱਸੇ ਦੇ ਵਿੱਚ ਆਪਣੇ ਪਤੀ ਦੇ ਨਾਲ ਲੜਦੀ ਹੈ। ਸਰਵਰ ਮੰਨਤ ਪਰ ਪਦ ਪ੍ਰੇਰੇ। ਇਹਨੇ ਆਪਣੇ ਪਤੀ ਨੂੰ ਪ੍ਰੇਰਨਾ ਸ਼ੁਰੂ ਕਰ ਦਿੱਤਾ। ਜਦੋਂ ਵੀ ਆਇਆ ਕਰੇ ਆਖੇ ਵੀ ਉਹਨੂੰ ਪੂਜਿਆ ਕਰ, ਮੜੀ ਨੂੰ ਪੂਜਿਆ ਕਰ। ਭਾਵੇਂ ਉਹਨੇ ਛੱਡ ਦਿੱਤੀ ਹੈ ਮੜੀ ਨੂੰ ਮੰਨਣਾ, ਪ੍ਰੇਤ ਨੂੰ ਮੰਨਣਾ ਛੱਡ ਦਿੱਤਾ ਹੈ, ਪਰ ਹੁਣ ਘਰ ਵਾਲੀ ਜਦੋਂ ਆਉਂਦੀ ਹੈ ਉਹ ਗੱਲ ਹੀ ਇਹ ਕਰਦੀ ਹੈ ਵੀ ਇਸ ਪ੍ਰੇਤ ਨੂੰ, ਇਸ ਮੜੀ ਨੂੰ ਪੂਜਿਆ ਕਰ, ਮੜੀ ਨੂੰ ਪੂਜਿਆ ਕਰ, ਵਾਰ-ਵਾਰ ਪ੍ਰੇਰਦੀ ਹੈ। ਦੋਏ ਦਿਵਸ ਨੇ ਮਾਨਿਓ ਦੇਸੂ। ਪਰ ਇਹ ਦੇਸੂ ਅਗਵਾੜਿਆ ਰਿਹਾ, ਕਹਿਣ ਲੱਗਾ ਨਹੀਂ ਵੀ ਮੈਂ ਤੇ ਗੁਰੂ ਦਾ ਸਿੱਖ ਬਣ ਗਿਆ, ਮੈਂ ਤੇ ਮੜੀ ਦੀ ਪੂਜਾ ਨਹੀਂ ਕਰਾਂਗਾ, ਮੈਂ ਤੇ ਨਹੀਂ ਮੰਨਾਂਗਾ ਇਸ ਮੁਸਲਮਾਨ ਨੂੰ। ਪਰ ਕਿੰਨੇ ਕੁ ਦਿਨ ਅੜਦਾ? ਇੱਕ ਦਿਨ ਅੜਿਆ, ਘਰ ਵਾਲੀ ਲੜੀ ਹੈ, ਦੂਜੇ ਦਿਨ ਫਿਰ ਅੜਿਆ ਵੀ ਮੈਂ ਨਹੀਂ ਮੰਨਦਾ, ਫਿਰ ਲੜਾਈ ਹੋਈ ਹੈ। 2 ਕੁ ਦਿਨ ਤੇ ਵਿਚਾਰਾ ਅੱਗੋਂ ਟੱਕਰ ਲੈਂਦਾ ਰਿਹਾ ਵੀ ਮੈਂ ਨਹੀਂ ਮੰਨਣਾ, ਮੈਂ ਨਹੀਂ ਮੰਨਣਾ। ਪਰ ਕ੍ਰੋਧ ਵਿੱਚ ਆਈ ਹੋਈ ਬੀਬੀ ਰੋਜ਼ ਦੇ ਦੁਆਲੇ ਹੋ ਜਾਇਆ ਕਰੇ। ਕਹਿਣ ਲੱਗੇ 2-4 ਦਿਨ ਲੰਘੇ ਹਨ, ਕਹਿ ਸਮਝਾਵਨ ਕੀਨ ਵਿਸ਼ੇਸ਼। ਤੇ ਬੀਬੀ ਨੇ ਬੜਾ ਚੰਗੀ ਤਰ੍ਹਾਂ ਇਸ ਨੂੰ ਸਮਝਾਇਆ ਵੀ ਆਪਾਂ ਨੂੰ ਇਹ ਗੁਰੂ ਦੀ ਸਿੱਖੀ ਛੱਡ ਕੇ ਤੇ ਉਸੇ ਮੜੀ ਨੂੰ ਮੰਨਣਾ ਚਾਹੀਦਾ ਹੈ। ਦਿਵਸ ਤੀਸਰੇ ਮੈਂ ਮਨਵਾਵਾ। ਕਹਿਣ ਲੱਗੇ ਵੀ ਤੇ 2 ਕੁ ਦਿਨ ਤੇ ਵਿਚਾਰਾ ਕਹਿੰਦਾ ਵੀ ਨਹੀਂ ਮੈਂ ਨਹੀਂ ਮੰਨਣਾ, ਪਰ ਤੀਜੇ ਦਿਨ ਘਰ ਵਾਲੀ ਨੇ ਮਨਾ ਹੀ ਲਿਆ, ਕਹਿੰਦੀ ਵੀ ਮੰਨਣਾ ਪੈਣਾ, ਵੀ ਉਸੇ ਨੂੰ ਮੰਨ ਜਿਵੇਂ ਮੈਂ ਕਹਿੰਦੀ ਆ ਉਵੇਂ ਕਰ। ਤੀਜੇ ਦਿਨ ਘਰ ਵਾਲੀ ਨੇ ਇਸ ਨੂੰ ਆਪਣੇ ਮਗਰ ਲਾ ਕੇ ਮਨਾ ਲਿਆ ਹੈ। ਤਰਾਸ ਕਸ਼ਟ ਕੋ ਬਹੁਤ ਬਤਾਵਾ। ਕਿਉਂਕਿ ਡਰਾਉਂਦੀ ਰਹੀ, ਕਹਿਣ ਲੱਗੀ ਉਹ ਫਲਾਣੇ ਨੇ ਮੜੀ ਨੂੰ ਮੰਨਣਾ ਛੱਡਿਆ, ਉਹਦੀ ਲੱਤ ਟੁੱਟ ਗਈ ਹੈ, ਫਲਾਣੇ ਨੇ ਮੰਨਣਾ ਛੱਡਿਆ, ਉਹਦਾ ਉੱਥੇ ਰਾਹ ਵਿੱਚ ਆ ਨੁਕਸਾਨ ਹੋ ਗਿਆ, ਫਲਾਣੇ ਦੀ ਮੱਝ ਮਰ ਗਈ ਹੈ, ਕਿਸੇ ਦੀ ਬੱਕਰੀ ਮਰ ਗਈ ਹੈ। ਬੀਬੀ ਨੇ ਸਾਰੇ ਇਲਾਕੇ ਦੀਆਂ ਖਬਰਾਂ ਸੁਣਾ ਦਿੱਤੀਆਂ, ਫਲਾਣੇ ਦਾ ਇਹ ਨੁਕਸਾਨ ਹੋਇਆ ਸੀ, ਦੂਜੇ ਦਾ ਇਹ ਨੁਕਸਾਨ ਹੋ ਗਿਆ। ਉਹ ਡਰ ਗਿਆ ਵਿਚਾਰਾ ਵੀ ਮੇਰੀ ਵੀ ਲੱਤ ਨਾ ਟੁੱਟ ਜਾਵੇ, ਇਸ ਤਰ੍ਹਾਂ ਦੇ ਡਰ ਦੇ ਕੇ ਮਨਾਇਆ ਹੈ। ਕਹੇ ਭਾਰ ਜਾ ਕੇ ਮਤ ਅੰਧੇ। ਕਹਿਣ